श्री नानक पग पंकज बंदन, पग पंकज बंदन। सिमरो अंगद दोख निकंदन, अमरदास गुर हृदय त्यावो, हृदय त्यावो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह बिसाला, तरों तरा पर पुन पुन सीसा, पुन पुन सीसा। बंदो बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। वाहिगुरु सवैया ज्यों क्यों गुरता निज कर राखै, इस हित ठानै है अनक उपाय। जब लो मात गोद मह बारिक, तब लो त्रिया जाए को काए। कुश चतुराई सो कर पहुँचै, करह सो घात घात को पाए। अस स्त्री खोजत नित रहिए, देहो दरब तिस लेहो लोभाए। ज्यों क्यों गुरता निज कर राखै, इस हित ठानै है अनक उपाय। सच्चे पातशाह गरीब नवाज
ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜੇ ਹੋਏ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਲੜੀਵਾਰ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਜਿਸ ਇਤਿਹਾਸ ਨੂੰ ਪੜ੍ਹ ਸੁਣ ਕੇ ਇਸ ਰਸਤੇ 'ਤੇ ਚੱਲਣ ਵਾਲੇ ਮਨੁੱਖ ਨੂੰ ਬਹੁਤ ਸਿੱਖਿਆ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ, ਜਿੱਥੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ, ਚਾਅ ਕੀਤੇ ਗਏ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਬੜਾ ਚਾਅ ਕੀਤਾ, ਆਪ ਚੱਲ ਕੇ ਆਏ ਹੈ, ਨਾਮ ਰੱਖਿਆ ਆਪਣੇ ਸ਼੍ਰੀ ਕੰਠ ਤੋਂ। ਉੱਥੇ ਸਾਧ ਸੰਗਤ ਜੀ, ਜਦੋਂ ਇਹ ਖਬਰ ਅੰਮ੍ਰਿਤਸਰ ਵਿੱਚ ਪਹੁੰਚੀ ਹੈ, ਬੀਬੀ ਕਰਮੋ ਜੀ ਨੇ ਸੁਣੀ ਹੈ, ਬੀਬੀ ਕਰਮੋ ਜੀ ਉਦਾਸ ਹੋ ਗਏ ਹੈ। ਕਿਉਂ? ਉਹਨਾਂ ਕੁਝ ਹੋਰ ਸੋਚਿਆ ਸੀ ਤੇ ਹੋ ਕੁਝ ਹੋਰ ਹੀ ਗਿਆ। ਬੀਬੀ ਕਰਮੋ ਜੀ ਬੜੇ ਉਦਾਸ ਹੋ ਗਏ ਹੈ। ਬਾਬਾ ਪ੍ਰਿਥੀਆ ਜੀ ਘਰ 'ਚ ਆਏ ਹੈ। ਬੀਬੀ ਕਰਮੋ ਨੇ ਦੱਸਿਆ ਵੀ ਮੈਨੂੰ ਦਾਸੀ ਨੇ ਦੱਸਿਆ ਗੁਰੂ ਅਰਜਨ ਸਾਹਿਬ ਘਰ ਪੁੱਤਰ ਵੀ ਹੋ ਗਿਆ। ਉਧਰ ਤੇ ਬੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ, ਖੁਸ਼ੀਆਂ ਮਨਾਈਆਂ ਜਾ ਰਹੀਆਂ। ਇੱਧਰ ਅਸੀਂ ਵੇਖੋ ਕਿਵੇਂ ਇਕੱਲੇ ਹੀ ਚੁੱਪ-ਚਾਪ ਬੈਠੇ ਹਾਂ। ਈਰਖਾ ਜਿਹੜੀ ਸੀ ਉਹ ਟਿਕਣ ਨਹੀਂ ਸੀ ਦਿੰਦੀ। ਮਹਾਰਾਜ ਕਿਰਪਾ ਕਰਨ। ਗੁਰੂ ਰਾਮਦਾਸ ਜੀ ਦਾ ਆਪਣਾ ਬਚਨ ਹੈ, ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਦਾ ਆਖਿਆ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਈਰਖਾ ਬਹੁਤ ਮਾੜੀ ਹੈ। ਈਰਖਾ ਟਿਕਣ ਨਹੀਂ ਦਿੰਦੀ ਸੀਗੀ ਜੀ। ਬਾਬਾ ਪ੍ਰਿਥੀਆ ਜੀ ਨੇ ਅੱਗੋਂ ਬੀਬੀ ਕਰਮੋ ਨੂੰ ਆਖਿਆ ਵੀ ਮੇਰੀ ਗੱਲ ਤੇ ਸੱਚੀ ਸੀਗੀ, ਪੁੱਤ ਨਹੀਂ ਸੀ ਹੋਣਾ, ਸੰਤਾਨ ਨਹੀਂ ਸੀ ਹੋਣੀ, ਇਹਦੇ ਬਾਬੇ ਬੁੱਢੇ ਨੇ ਕੰਮ ਕਰਤਾ। ਕਹਿਣ ਲੱਗੇ, ਉਹਨਾਂ ਅਰਦਾਸ ਕੀਤੀ, ਬਚਨ ਕੀਤਾ। ਗੰਗਾ ਜੀ ਨੰਗੇ ਪੈਰ ਉਹਨਾਂ ਦੇ ਕੋਲ ਚੱਲ ਕੇ ਗਏ ਆ, ਤਾਂ ਜਾ ਕੇ ਇਹ ਕਿਰਪਾ ਹੋਈ, ਨਹੀਂ ਤੇ ਨਹੀਂ ਆਉਣੀ ਸੀ। ਕਹਿਣ ਲੱਗੇ ਤੇ ਕਹਿਣ ਲੱਗੇ ਫਿਰ ਕੀ ਹੈ? ਅੱਗੋਂ ਈਰਖਾ ਵਿੱਚ ਜਿਹੜਾ ਉਹਨਾਂ ਬਚਨ ਕੀਤਾ ਉਹ ਤੁਸੀਂ ਸੁਣਿਆ ਸੀ ਕੱਲ। ਕਹਿੰਦੇ ਪੁੱਤਰ ਹੋ ਤੇ ਗਿਆ ਪਰ ਵੱਡਾ ਨਹੀਂ ਹੋਣ ਦੇਣਾ ਅਸੀਂ। ਇਸ ਤਰ੍ਹਾਂ ਦੀ ਗੱਲ ਕੀਤੀ। ਕਹਿਣ ਲੱਗੇ ਵੇਖਿਓ, ਛੋਟੇ ਜਿਹੇ ਨੂੰ ਹੀ ਅਸੀਂ ਖਤਮ ਕਰ ਦੇਣਾ। ਤੇ ਇਹ ਨਹੀਂ ਪਤਾ ਵੀ ਗੁਰੂ ਅਰਜਨ ਸਾਹਿਬ ਜੀ ਨੇ ਪਹਿਲਾਂ ਹੀ ਬਚਨ ਕੀਤਾ ਵੀ ਸਾਡੇ ਪੁੱਤਰ ਦੇ ਰਾਖੇ ਕਰਤਾ ਪੁਰਖ ਜੀ ਆਪ ਹਨ। ਈਰਖਾ ਵਿੱਚ ਕਿੰਨਾ ਸਾਧ ਸੰਗਤ ਦੀ ਗਿਰ ਚੁੱਕੇ ਹੈ। ਭਰਾ ਦਾ ਪੁੱਤਰ ਪੁੱਤਰ ਹੀ ਹੁੰਦਾ ਹੈ। ਸਾਧ ਸੰਗਤ ਆਪਣਾ ਹੀ ਪੁੱਤਰ ਹੁੰਦਾ ਹੈ ਜੀ। ਭਤੀਜਾ ਕੋਈ ਬਹੁਤਾ ਦੂਰ ਦਾ ਰਿਸ਼ਤਾ ਥੋੜੀ, ਸਕਾ ਰਿਸ਼ਤਾ ਹੈ ਜੀ, ਖੂਨ ਦਾ ਰਿਸ਼ਤਾ ਹੈ। ਪਰ ਈਰਖਾ ਵਿੱਚ ਆ ਕੇ ਉਹਨਾਂ ਕੀ ਕੀ ਕੀਤਾ ਜੀ। ਹੁਣ ਅੱਗੋਂ ਆਪਾਂ ਧਿਆਨ ਨਾਲ ਸੁਣਦੇ ਆ। ਹੈ ਚੇਤਤ ਨਹੀਂ ਕਰਦਾ ਇਹਨਾਂ ਦੇ ਗੱਲਾਂ ਕਰਨ ਨੂੰ, ਪਰ ਇਤਿਹਾਸ ਹੈ ਤਾਂ ਸੁਣਾਉਣਾ ਪੈਂਦਾ। ਬੀਬੀ ਕਰਮੋ ਤੇ ਬਾਬਾ ਪ੍ਰਿਥੀਆ, ਕਿਉਂਕਿ ਜੇ ਇਹਨਾਂ ਦੀਆਂ ਗੱਲਾਂ ਸੁਣਾਵਾਂਗੇ ਫਿਰ ਵਿੱਚੋਂ ਮਹਾਰਾਜ ਦੀ ਵਡਿਆਈ ਨਿਕਲਦੀ ਹੈ। ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਜ਼ਤ ਬਣਦੀ, ਕਿਵੇਂ ਪਰਮੇਸ਼ਰ ਆਪਣੇ ਭਗਤਾਂ ਦੀ ਪੈਜ ਰੱਖਦਾ, ਇਹ ਵਿੱਚੋਂ ਹੀ ਸਾਰਾ ਕੁਝ ਨਿਕਲਦਾ ਸਾਧ ਸੰਗਤ ਜੀ। ਸੋ ਬੀਬੀ ਕਰਮੋ ਤੇ ਪ੍ਰਿਥੀਆ ਜੀ ਉਹ ਆਪਣੇ ਘਰ ਵਿੱਚ ਬੈਠੇ ਗੱਲਾਂ ਕਰ ਰਹੇ ਆ। ਉਹ ਬੜੇ ਧਿਆਨ ਨਾਲ ਕਥਾ ਵਿੱਚ ਸਰਵਣ ਕਰੋ, ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ,
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜਿਉ ਕਿਉ ਗੁਰ ਤਾ ਨਿਜ ਘਰ ਰਾਖੈ। ਬਾਬਾ ਪ੍ਰਿਥੀਆ ਜੀ ਬੀਬੀ ਕਰਮੋ ਨੂੰ ਇਹ ਕਹਿ ਰਿਹਾ, ਕਹਿੰਦੇ ਤੂੰ ਚਿੰਤਾ ਨਾ ਕਰ, ਜਿਵੇਂ ਕਿਵੇਂ ਵੀ ਹੋਏਗਾ ਗੁਰਤਾ ਗੱਦੀ ਅਸੀਂ ਆਪਣੇ ਘਰ 'ਚ ਹੀ ਰੱਖਾਂਗੇ। ਕਹਿਣ ਲੱਗੇ ਚਿੰਤਾ ਨਾ ਕਰ। ਹਾਂਜੀ, ਇਸ ਹਿਤ ਠਾਨੈ ਹੈ ਅਨੇਕ ਉਪਾਏ। ਇਸ ਵਾਸਤੇ ਭਾਵੇਂ ਜਿੰਨੇ ਮਰਜ਼ੀ ਯਤਨ ਕਰਨੇ ਪੈਣ, ਪ੍ਰਿਥੀਆ ਜੀ ਕਹਿੰਦੇ ਗੁਰਤਾ ਗੱਦੀ ਮੈਂ ਆਪਣੇ ਘਰ 'ਚ ਹੀ ਰੱਖਾਂਗਾ। ਉਹਨਾਂ ਇਹ ਸਮਝਿਆ ਵੀ ਸ਼ਾਇਦ ਗੁਰਤਾ ਗੱਦੀ ਤੇ ਬਾਬੇ ਪ੍ਰਿਥੀਏ ਦਾ ਜ਼ੋਰ ਹੈ, ਇਹ ਤੇ ਧੁਰ ਦਰਗਾਹ ਦੇ ਫੈਸਲੇ ਨੇ ਸਾਧ ਸੰਗਤ ਜੀ। ਹਾਂਜੀ, ਜਬ ਲਓ ਮਾਤ ਗੋਦ ਮੈਂ ਹੈ ਬਾਰਕ। ਕਹਿਣ ਲੱਗੇ ਜਿੰਨਾ ਚਿਰ ਤੱਕ ਮਾਤਾ ਦੀ ਗੋਦ ਵਿੱਚ ਹੈ ਬਾਲਕ, ਭਾਵ ਕੋਈ ਅਜੇ ਉਹਨਾਂ ਨੂੰ ਆਪਣੇ ਤਨ ਦੀ ਸੋਝੀ ਨਹੀਂ ਹੈ। ਜਿਹੜਾ ਬੱਚਾ ਗੋਦ 'ਚ ਹੁੰਦਾ ਹੈ ਉਹ ਆਪਣੀ ਰਾਖੀ ਆਪ ਥੋੜੀ ਕਰ ਸਕਦਾ, ਉਹ ਤੇ ਸਾਧ ਸੰਗਤ ਜੀ ਦੂਜਾ ਹੀ ਉਹਦੀ ਰਾਖੀ ਕਰਦਾ ਹੈ ਨਾ। ਕਹਿਣ ਲੱਗੇ ਜਿੰਨਾ ਚਿਰ ਤੱਕ ਗੋਦ ਵਿੱਚ ਨੇ ਨਾ ਉਹ ਬਾਲਕ। ਹਾਂਜੀ, ਤਬ ਲਓ ਤ੍ਰਿਆ ਜਾਏ ਕੋ ਘਾਏ। ਅਸੀਂ ਕੋਈ ਇਸਤਰੀ ਭੇਜ ਦਿੰਨੇ ਆ, ਉਹ ਇਸਤਰੀ ਜਾ ਕੇ ਉਹਨਾਂ ਨੂੰ ਮਾਰ ਦੇਗੀ। ਕਹਿਣ ਲੱਗੇ ਅਸੀਂ ਇਸਤਰੀ ਭੇਜ ਦਿੰਨੇ ਆ ਕੋਈ ਨਾ ਕੋਈ ਇਹੋ ਜੀ। ਹਾਂਜੀ, ਕੁਛ ਚਤੁਰਾਈ ਸੋ ਕਰ ਪਹੁੰਚੈ। ਕੋਈ ਚਤੁਰਾਈ ਵਰਤੇਗੀ, ਉਹ ਬੀਬੀ ਸਿਆਣਪ ਵਰਤੇਗੀ, ਉੱਥੇ ਚਲੇ ਜਾਏਗੀ। ਕਰਹਿ ਸੋ ਘਾਤ ਘਾਤ ਕੋ ਪਾਏ। ਤੇ ਉੱਥੇ ਜਾ ਕੇ ਕੋਈ ਐਸਾ ਜ਼ਖਮ ਕਰ ਦੇਗੀ, ਹਮਲਾ ਕਰੇਗੀ, ਜਿਹਦੇ ਨਾਲ ਬਾਲਕ ਦੀ ਮ੍ਰਿਤਿੂ ਹੋ ਜਾਏਗੀ। ਗੱਜ ਕੇ ਆਖੋ ਵਾਹਿਗੁਰੂ। ਏਡੇ ਵੱਡੇ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਦੁਸ਼ਮਣਾਂ ਦੇ ਦਲਾਂ ਦੇ ਦਲ ਹੀ ਨਾਸ ਕਰ ਦੇਣੇ ਆ ਜੀ, ਉਹਨਾਂ ਬਾਰੇ ਬਾਬਾ ਪ੍ਰਿਥੀਆ ਇਹ ਗੱਲਾਂ ਸੋਚਦਾ ਹੈ ਜੀ। ਬਸ ਅਰਦਾਸ ਕਰਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨਾਲ ਵੀ ਈਰਖਾ ਨਾ ਪੈਦਾ ਹੋਣ ਦੇਣ ਜੀ ਸਾਡੀ ਜੀ। ਈਰਖਾ ਪੈਦਾ ਹੋ ਜਾਵੇ, ਵੇਖ ਲਓ ਏਡੇ ਵੱਡੇ ਸਮਰੱਥ ਗੁਰੂ ਜੀ ਨੂੰ ਵੀ ਬੰਦਾ ਮਾਰਨ ਦੇ ਪਲਾਨ ਬਣਾਉਣ ਲੱਗ ਪੈਂਦਾ ਜੀ। ਹਾਂਜੀ, ਅਸ ਇਸਤਰੀ ਖੋਜਤ ਨਿਤ ਰਹੀਐ। ਪ੍ਰਿਥੀਆ ਬੀਬੀ ਕਰਮੋ ਜੀ ਨੂੰ ਕਹਿਣ ਲੱਗਾ, ਬਾਬਾ ਪ੍ਰਿਥੀਆ ਜੀ ਕਹਿਣ ਲੱਗੇ, ਕਹਿੰਦੇ ਤੂੰ ਇਹੋ ਜੀ ਇਸਤਰੀ ਲੱਭ ਕੋਈ ਇਹੋ ਜੀ। ਹਾਂਜੀ, ਦੇਹੋ ਦਰਬ ਤਿਸ ਲੇਹੋ ਲੋਭਾਏ। ਉਹਨੂੰ ਮਾਇਆ ਦੇ ਦਈਏ, ਲਾਲਚ ਦੇ ਦਈਏ, ਤੇ ਲਾਲਚ ਵਿੱਚ ਆ ਕੇ ਉਹ ਇਹੋ ਜਿਹਾ ਕੰਮ ਕਰ ਦਵੇ। ਹਾਂਜੀ, ਨਿਜਪੁਰ ਮੈਂ ਹੋਏ ਸੋ ਤਹਿ ਪਹੁੰਚੈ। ਹਾਂਜੀ, ਮਿਸ ਕੁਛ ਕਰਹਿ ਰਹਿ ਤਿਨ ਧਾਮ। ਤੇ ਬੀਬੀ ਕਰਮੋ ਜੀ ਕਹਿਣ ਲੱਗੇ ਵੀ ਮੈਂ ਐਸੀ ਬੀਬੀ ਕਿੱਥੋਂ ਲੱਭਾਂ। ਤੇ ਬਾਬਾ ਪ੍ਰਿਥੀਆ ਜੀ ਕਹਿੰਦੇ ਅੰਮ੍ਰਿਤਸਰ 'ਚ ਲੱਭ ਜਾਣੀ ਹੈ, ਕੋਈ ਨਾ ਕੋਈ ਸਾਡੇ ਇਸ ਨਗਰ 'ਚ ਲੱਭ ਜਾਏਗੀ। ਇੱਥੋਂ ਭੇਜਾਂਗੇ, ਗੁਰੂ ਦੀ ਸ਼ਰਧਾਲੂ ਬਣ ਕੇ ਜਾਏਗੀ, ਉੱਥੇ ਕੁਝ ਦਿਨ ਰਹੇਗੀ ਗੁਰੂ ਕੀ ਵਡਾਲੀ ਵਿੱਚ। ਹਾਂਜੀ, ਕਹਿ ਤਿਸ ਗ੍ਰਾਮ ਹੋ ਹੈ ਬੁਲਵਾਵੋ। ਨਹੀਂ ਤੇ ਵਡਾਲੀ ਪਿੰਡ ਦੀ ਕੋਈ ਬੀਬੀ ਲੱਭ ਲੋ। ਕਹਿਣ ਲੱਗੇ ਉਸ ਪਿੰਡ ਵਿੱਚ ਕੋਈ ਇਹੋ ਜਿਹੀ ਬੀਬੀ ਹੋਵੇ। ਹਾਂਜੀ, ਕਰਹੁ ਲੋਭਾਵਨ ਦੈ ਕਰ ਦਾਮ। ਮਾਇਆ ਦੇ ਮਾਇਆ ਤੇ ਮਾਇਆ ਦੇ ਕੇ ਇਹ ਕੰਮ ਆਪਾਂ ਕਰਵਾ ਲੈਣਾ ਹੈ। ਵੇਖੋ ਈਰਖਾ ਦੇ ਵਿੱਚ ਸੋਚ ਕਿੱਥੋਂ ਤੱਕ ਬੰਦੇ ਦੀ ਚਲੇ ਜਾਂਦੀ ਹੈ। ਹਾਂਜੀ, ਕੈ ਦਾਸੀ ਤਿਸ ਰਹੇ ਸਮੀਪੀ। ਸੋ ਸੁਖੇਨ ਹੀ ਕੀ ਕਰ ਕਾਮ। ਗੱਜ ਕੇ ਆਖੋ ਕਹਿ ਦਾਸੀ ਤਿਸ ਰਹੇ ਸਮੀਪੀ। ਜਾਂ ਫਿਰ ਕਹਿਣ ਲੱਗੇ ਇਹੋ ਜੀ ਕੋਈ ਦਾਸੀ ਲੱਭ ਜਿਹੜੀ ਮਾਤਾ ਗੰਗਾ ਜੀ ਦੇ ਕੋਲ ਹੀ ਰਹਿੰਦੀ ਹੋਵੇ, ਉਹ ਸਭ ਤੋਂ ਹੀ ਸੌਖਾ ਕੰਮ ਕਰ ਦੇਗੀ। ਉਹਨੂੰ ਕੰਮ ਕਰਨਾ ਬਹੁਤ ਸੌਖਾ ਹੋਏਗਾ, ਮਾਰਨਾ। ਹਾਂਜੀ, ਖੋਜਤ ਰਹੋ ਆਜ ਤੇ ਐਸੀ। ਬਾਲਕ ਹਨ ਹੈ ਮਿਲ ਹੈ ਅਸ ਬਾਮ। ਇਹੋ ਜੀ ਇਸਤਰੀ ਲੱਭ। ਕਹਿਣ ਲੱਗੇ ਲੱਭਦੀ ਰਹਿ
ਜਿਹੜੀ ਮਾਇਆ ਲਵੇ ਤੇ ਕਿਸੇ ਤਰੀਕੇ ਨਾਲ ਬਾਲਕ ਨੂੰ ਮਾਰ ਦਵੇ। ਹਾਂਜੀ, ਇਮ ਮਸਲਤ ਕਰ ਹਰਖੀ ਕਰਮੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਨਾ ਮਹਾਰਾਜ ਬਾਣੀ ਵਿੱਚ ਵੀ ਲਿਖਦੇ ਆ, ਨਿੰਦਕ ਬੰਦਾ, ਚੁਗਲ ਬੰਦਾ ਆਪਣੇ ਪਲਾਨ ਬਣਾ ਕੇ ਆਪੇ ਹੀ ਖੁਸ਼ ਹੋਈ ਜਾਏਗਾ ਜੀ। ਉਹਨੂੰ ਇਹ ਨਹੀਂ ਪਤਾ ਵੀ ਮੇਰਾ ਜਿਹੜਾ ਸੋਚ ਰਿਹਾ ਇਹ ਕੰਮ ਸਿਰੇ ਚੜ੍ਹਨਾ ਹੈ ਕਿ ਨਹੀਂ ਚੜ੍ਹਨਾ, ਇੱਕ ਵਾਰੀ ਖੁਸ਼ ਹੋ ਜਾਂਦਾ ਜੀ ਉਹ ਜੀ। ਬੀਬੀ ਕਰਮੋ ਤੇ ਬਾਬਾ ਪ੍ਰਿਥੀਆ ਜੀ ਇਹ ਵਿਚਾਰ ਕਰਕੇ ਬੜੇ ਖੁਸ਼ ਹੋਏ ਆਪਸ ਵਿੱਚ ਕਿ ਬਾਲਕ ਨੂੰ ਇਸ ਤਰੀਕੇ ਨਾਲ ਖਤਮ ਕਰਾ ਦਿਆਂਗੇ। ਕਰਮ ਕਰੂਰ ਮੈਂ ਦੁਰਮਤ ਧਾਰ। ਪਰ ਕਹਿਣ ਲੱਗੇ ਹੈ ਤੇ ਗੁਰੂ ਰਾਮਦਾਸ ਜੀ ਦੇ 9 ਪੁੱਤਰ ਨੇ, ਪਰ ਕਰਮਾਂ ਦੀ ਖੇਡ ਐਸੀ ਹੈ ਮਾੜੇ ਕੰਮਾਂ 'ਚ ਧਿਆਨ ਲੱਗ ਗਿਆ ਜੀ। ਇੱਥੇ ਸਾਧ ਸੰਗਤ ਦਾਸ ਬੇਨਤੀ ਕਰੇ, ਬੰਦੇ ਦੇ ਕਰਮ ਉਹਦੇ ਨਾਲ ਹੀ ਚੱਲਦੇ ਆ ਜੀ। ਜੇ ਚੰਗੇ ਚੱਲਦੇ ਆ ਤੇ ਮਾੜੇ ਵੀ ਚੱਲਦੇ ਆ। ਅਰਦਾਸ ਕਰਿਆ ਕਰੋ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ੀ ਲਓ ਮਹਾਰਾਜ। ਹਾਂਜੀ, ਅਚਿਓ ਅਸਨ ਬਿਸਰਾਮੈ ਨਿਸਮੈ। ਉਸ ਰਾਤ ਫਿਰ ਤਾਂ ਬੀਬੀ ਕਰਮੋ ਨੇ ਸੁੱਖ ਨਾਲ ਪ੍ਰਸ਼ਾਦਾ ਛਕਿਆ ਜੀ। ਪਹਿਲਾਂ ਇਹ ਗੱਲ ਸੁਣੀ ਸਾਰੀ ਜੀ, ਫਿਰ ਆਰਾਮ ਕੀਤਾ ਜੀ। ਚਿਤ ਮੈਂ ਹੈ ਚਿਤਵਤ ਅਨਕ ਪ੍ਰਕਾਰ। ਇਹ ਮਨ ਵਿੱਚ ਬੜੇ ਤਰੀਕਿਆਂ ਦੀ ਸੋਚ ਸੋਚੀ ਜੀ। ਈਰਖਾਲੂ ਬੰਦਾ ਕੋਈ ਨਾ ਕੋਈ ਸਕੀਮ ਘੜਦਾ ਹੀ ਰਹੇਗਾ ਜੀ, ਕੁਝ ਨਾ ਕੁਝ ਸੋਚਦਾ ਹੀ ਰਹੇਗਾ ਜੀ ਉਹ। ਹਾਂਜੀ, ਜਹ ਕਹਿ ਬੁੱਧ ਕੀਨ ਬਿਸਤਾਰਨ। ਜਿੱਥੇ ਕਿੱਥੇ ਨਹੀਂ ਹੈ ਬੁੱਧੀ ਲਾ ਕੇ ਵੇਖਿਆ, ਆਪਣੀ ਬੁੱਧੀ ਨੂੰ ਫੈਲਾ ਕੇ ਵੇਖਿਆ ਕਿ ਕੋਈ ਐਸੀ ਇਸਤਰੀ ਲੱਭ ਜਾਵੇ। ਖੋਜਤ ਮਨ ਕਰ ਤੈਸੀ ਨਾਰ। ਹਾਂਜੀ, ਭਾਈ ਪ੍ਰਭਾਤ ਚਿੰਤ ਗਲਤਾਨੀ। ਪ੍ਰਿਯ ਦਾਸੀ ਕੋ ਨਿਕਟ ਹਕਾਰ। ਦਿਨ ਚੜਿਆ ਤੇ ਬੀਬੀ ਕਰਮੋ ਜੀ ਨੇ ਆਪਣੀ ਇੱਕ ਪਿਆਰੀ ਦਾਸੀ, ਖਾਸ ਦਾਸੀ ਜੀ, ਜਿਹੜੀ ਉਹਨਾਂ ਦੀ ਖਾਸ ਸੀਗੀ ਜੀ, ਉਹਨੂੰ ਕੋਲ ਸੱਦਿਆ ਜੀ। ਹਾਂਜੀ, ਮਨ ਕੀ ਬ੍ਰਿਥਾ ਉਚਾਰਨ ਕੀਨਸ। ਪੁਰ ਮੈਂ ਹੈ ਤੇ ਤ੍ਰਿਐ ਐਸੀ ਆਨ। ਤੇ ਆਪਣੇ ਮਨ ਦੀ ਸਾਰੀ ਗੱਲ ਦੱਸ ਦਿੱਤੀ ਜੀ। ਕਹਿਣ ਲੱਗੀ ਅੰਮ੍ਰਿਤਸਰ ਦੇ ਵਿੱਚੋਂ, ਰਾਮਦਾਸਪੁਰ ਵਿੱਚੋਂ ਕੋਈ ਐਸੀ ਬੀਬੀ ਲੱਭੋ। ਹਾਂਜੀ, ਲੇ ਕਰ ਦਰਬ ਕਾਮ ਇਮ ਠਾਨੈ। ਉਹ ਕਹਿਣ ਲੱਗੀ ਕੀ ਕੰਮ ਕਰਨਾ ਹੈ? ਤੇ ਬੀਬੀ ਕਰਮੋ ਨੇ ਦੱਸਿਆ ਵੀ ਮਾਇਆ ਵੀ ਖੁੱਲੀ ਦਿਆਂਗੇ, ਜਿਹੜਾ ਕੰਮ ਕਰਨਾ ਹੈ ਉਹ ਧਿਆਨ ਨਾਲ ਸੁਣ। ਸ਼੍ਰੀ ਅਰਜਨ ਕੋ ਨੰਦਨ ਹਾਨ। ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨੂੰ ਮਰਵਾਉਣਾ ਹੈ। ਕਹਿਣ ਲੱਗੀ, ਗੱਜ ਕੇ ਆਖੋ ਵਾਹਿਗੁਰੂ। ਕੈਸੇ ਕੈਸੇ ਵੇਖੋ ਖੇਡਾਂ ਦੀ, ਕੈਸੀਆਂ ਖੇਡਾਂ ਦੀ। ਕੋਈ ਸਾਧ ਸੰਗਤ ਜੀ ਕਹਿੰਦੇ ਆ ਵੀ ਬਿੱਲੀ ਵੀ 7 ਘਰ ਛੱਡਦੀ ਹੈ। ਹਾਂਜੀ, ਇਹ ਤੇ ਬਹੁਤ ਮਾੜਾ ਕੰਮ ਹੈਗਾ ਜੀ। ਇਹ ਤੇ ਕਿਸੇ ਦੇ ਬਾਲਕ ਬਾਰੇ ਸੋਚਣਾ ਵੀ ਬੜੀ ਮਾੜੀ ਗੱਲ ਹੈਗੀ ਜੀ। ਹਾਂਜੀ, ਤਿਸ ਕੀ ਨਿਤ ਗੁਜ਼ਰਾਨ ਕਰਾਵੇਂ। ਕਹਿਣ ਲੱਗੇ ਅਸੀਂ ਉਹਦਾ ਰੋਜ਼ ਦਾ ਹੀ ਖਰਚਾ ਚੁੱਕ ਲਾਂਗੇ, ਉਹ ਇਹ ਕੰਮ ਕਰ ਦਵੇ ਬੀਬੀ। ਅਸਨ ਬਸਨ ਦੇ ਸਭ ਸੁਖ ਦਾਨ। ਮਾਇਆ, ਬਸਤਰ, ਹੋਰ ਚੀਜ਼ਾਂ ਉਹਨੂੰ ਦੇ ਦਿਆਂਗੇ ਜੋ ਉਹ ਮੰਗੇਗੀ। ਹਿਤ ਕਰ ਨਿਤ ਖੋਜਤ ਰਹੋ ਚਿਤ ਕਰ। ਬੀਬੀ ਕਰਮੋ ਦਾਸੀ ਨੂੰ ਕਹਿਣ ਲੱਗੀ ਬੜੇ ਧਿਆਨ ਨਾਲ, ਐ ਸੁਰਤ ਲਾ ਕੇ ਲੱਭ ਸਾਰੇ ਪਾਸਿਓਂ। ਇਹ ਮੇਰੋ ਲਖ ਕਾਜ ਮਹਾਨ। ਬੀਬੀ ਕਰਮੋ ਜੀ ਕਹਿੰਦੇ ਇਹ ਮੇਰਾ ਕੰਮ ਹੈ, ਮੇਰਾ, ਇਹਨੂੰ ਬੜੇ ਧਿਆਨ ਨਾਲ ਕਰਨਾ ਹੈ। ਹਾਂਜੀ, ਏਮ ਦਾਸੀ ਕਰ ਗੋਪ ਬਾਤ ਕੋ। ਸਨੈ ਸਨੈ ਬੂਝਤ ਬਹੁ ਨਾਰ। ਇਸ ਤਰੀਕੇ ਨਾਲ ਨਾਲੇ ਦਾਸੀ ਨੂੰ ਇਹ ਵੀ ਦੱਸਿਆ ਵੀ ਗੱਲ ਗੁਪਤ ਰੱਖਣੀ ਹੈ, ਤੇ ਨਾਲੇ ਆਖਿਆ ਬੀਬੀ ਲੱਭ। ਗੱਜ ਕੇ ਆਖੋ ਵਾਹਿਗੁਰੂ। ਉਹ ਫਿਰ ਗੁਪਤ ਕਿੱਥੋਂ ਰਹਿਣੀ ਸੀਗੀ ਜੀ। ਪਰ ਉਹ ਦਾਸੀ ਵੀ ਜਿਹੜੀ ਹੈ ਨਾ, ਉਹ ਹੌਲੀ ਹੌਲੀ ਇਸਤਰੀਆਂ ਨੂੰ ਪੁੱਛਦੀ ਵੀ ਕੋਈ ਬੀਬੀ ਰਾਜੀ ਹੋ ਜਾਵੇ ਕੰਮ ਕਰਨ ਨੂੰ। ਹਾਂਜੀ, ਇਤ ਸ਼੍ਰੀ ਅਰਜਨ ਅਤ ਉਤਸ਼ਾਹਤ। ਮੰਗਤ ਕੋ ਦੇ ਦਰਬ ਆਪਾਰ। ਬੁਰਾ ਬੰਦਾ ਹਰ ਸਮੇਂ ਸੰਗਤ ਦੀ ਬੁਰਿਆਈ ਕਰਨ 'ਚ ਤਤਪਰ ਰਹਿੰਦਾ ਹੈ,
ਚੰਗਾ ਬੰਦਾ ਹਰ ਸਮੇਂ ਚੰਗਿਆਈ ਕਰਨ 'ਚ ਤਤਪਰ ਰਹਿੰਦਾ ਹੈ ਜੀ। 32 ਲੱਛਣ ਧਰਮੀ ਪੁਰਸ਼ ਦੇ ਲਿਖੇ ਹੈ ਜੀ। ਜਿਹੜਾ ਧਾਰਮਿਕ ਪੁਰਸ਼ ਹੁੰਦਾ ਨਾ ਜੀ, ਉਹਦੇ 'ਚ 32 ਲੱਖਣ ਮਹਾਰਾਜ ਦੀ ਬਾਣੀ ਨੇ ਲਿਖੇ ਹੈ। ਭਾਈ ਵੀਰ ਸਿੰਘ ਜੀ ਨੇ ਉਹਨਾਂ 32 ਲੱਖਣਾਂ ਵਿੱਚੋਂ ਇੱਕ ਲੱਖਣ ਇਹ ਵੀ ਲਿਖਿਆ ਹੈ, ਸੁਹਿਰਦਤਾ। ਧਾਰਮਿਕ ਬੰਦਾ ਹਰ ਇੱਕ ਦੇ ਨਾਲ ਸੁਹਿਰਦ ਹੋਏਗਾ ਜੀ। ਸੁਹਿਰਦ ਦਾ ਭਾਵ ਉਹ ਹਰ ਇੱਕ ਦਾ ਭਲਾ ਸੋਚੇਗਾ ਜੀ। ਕੋਈ ਬੁਰਾ ਵੀ ਸੋਚੇ ਉਹ ਉਹਦਾ ਭਲਾ ਸੋਚੇਗਾ। ਜੇ ਇਹ ਗੁਣ ਹੈ ਤੇ ਬੰਦਾ ਧਰਮੀ ਹੈ ਜੀ। ਤੇ ਗੁਰੂ ਅਰਜਨ ਦੇਵ ਮਹਾਰਾਜ ਤੇ ਆਪ ਧਰਮ ਦੀ ਮੂਰਤ ਨੇ। ਗੁਰੂ ਅਰਜਨ ਸਾਹਿਬ ਤੋਂ ਵੱਧ ਕਿਹੜਾ ਧਾਰਮਿਕ ਲੱਭੋਗੇ ਜੀ? ਗੱਜ ਕੇ ਆਖੋ ਵਾਹਿਗੁਰੂ। ਉਧਰ ਗੁਰੂ ਅਰਜਨ ਦੇਵ ਮਹਾਰਾਜ ਦਾ ਵੇਖ ਲਓ, ਗੁਰੂ ਕੀ ਵਡਾਲੀ ਸੁਰਤ ਲੈ ਚਲੋ। ਉਧਰ ਉਤਸ਼ਾਹ ਹੀ ਉਤਸ਼ਾਹ ਹੈ। ਮੰਗਣ ਵਾਲੇ ਆਉਂਦੇ ਆ, ਮਹਾਰਾਜ ਖੂਬ ਧਨ ਦਿੰਦੇ ਆ ਉਹਨਾਂ ਨੂੰ ਜੀ। ਸੁਨ ਸੁਨ ਦੂਰ ਦੂਰ ਤੇ ਆਵੇ। ਸਗੋਂ ਸੁਣ ਸੁਣ ਕੇ ਨਾ ਮੰਗਣ ਵਾਲੇ ਦੂਰੋਂ ਦੂਰੋਂ ਆਉਂਦੇ ਨੇ ਜੀ। ਹੁਣ ਟ੍ਰੈਂਡ ਘਟਿਆ, ਪਹਿਲਾਂ ਬਹੁਤ ਜ਼ਿਆਦਾ ਸੀ ਸਾਧ ਸੰਗਤ ਜੀ। ਕੀ ਹੁੰਦਾ ਸੀਗਾ? ਉਹ ਪਤਾ ਲੱਗ ਜਾਣਾ ਵੀ ਉਹ ਬੰਦਾ ਸਖੀ ਹੈ, ਖੂਬ ਮਾਇਆ ਵਾਲਾ, ਹਰ ਇੱਕ ਨੂੰ ਦਿੰਦਾ। ਇੱਕ ਮੰਗਣ ਵਾਲਾ ਦੂਜੇ ਮੰਗਣ ਵਾਲੇ ਨੂੰ ਦੱਸਦਾ, ਅੱਗੋਂ ਤੀਜੇ ਨੂੰ, ਚੌਥੇ ਨੂੰ, ਦੂਰੋਂ ਦੂਰੋਂ ਆ ਕੇ ਮੰਗਦੇ ਸਨ। ਉਹ ਦੂਰ ਦੂਰ ਤੱਕ ਜਦੋਂ ਮੰਗਣ ਵਾਲਿਆਂ ਨੂੰ ਪਤਾ ਲੱਗਾ, ਲੈ ਕਰ ਗਮਨੈ ਸੋ ਜਸ ਉਚਾਰ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਖਾਲੀ ਕਿਸੇ ਨੂੰ ਨਹੀਂ ਮੋੜਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਕਿਹਾ ਜਾਣਾ ਨਹੀਂ ਕੋਈ ਖਾਲੀ ਚਾਹੀਦਾ। ਕਿਉਂ? ਮਤ ਸਮਝੋ ਮਹਾਰਾਜ ਦੇ ਘਰ ਪੁੱਤਰ ਹੋਇਆ, ਪੁੱਤਰ ਦੀ ਖੁਸ਼ੀ ਹੈ। ਨਹੀਂ, ਗੁਰੂ ਅਰਜਨ ਸਾਹਿਬ ਨੂੰ ਪਤਾ ਹੈ ਇਹ ਉਹ ਸਰੀਰ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਜਗਣਾ ਹੈ। ਇਹ ਆਮ ਸਰੀਰ ਨਹੀਂ ਹੈ। ਇਸ ਕਰਕੇ ਮਹਾਰਾਜ ਕਿਸੇ ਨੂੰ ਵੀ ਖਾਲੀ ਨਹੀਂ ਮੋੜਦੇ। ਮਹਾਰਾਜ ਤੇ ਉਂਝ ਵੀ ਨਹੀਂ ਕਿਸੇ ਨੂੰ ਖਾਲੀ ਮੋੜਦੇ, ਪਰ ਬਹੁਤੀ ਖੁਸ਼ੀ ਵਿੱਚ ਆ ਕੇ ਮਹਾਰਾਜ ਨਹੀਂ ਮੋੜਦੇ ਖਾਲੀ ਕਿਸੇ ਨੂੰ। ਬੜੇ ਭਾਗ ਜੁਤ ਸੁਤ ਸ਼ੁਭ ਜਨਮਿਓ। ਜਹ ਕਹਿ ਜਿਸ ਤੇ ਹੋਏ ਜੈਕਾਰ। ਤੇ ਲੋਕ ਫਿਰ ਜਾ ਜਾ ਕੇ ਨਾ ਜਸ ਕਰਦੇ ਆ, ਕਹਿੰਦੇ ਵਾਹ ਵਾਹ, ਗੁਰੂ ਅਰਜਨ ਸਾਹਿਬ ਦਾ ਪੁੱਤਰ ਤੇ ਬਹੁਤੇ ਹੀ ਵੱਡੇ ਭਾਗਾਂ ਵਾਲਾ ਜਨਮਿਆ, ਜਿਹਦੇ ਕਰਕੇ ਗਰੀਬਾਂ ਨੂੰ ਖੁੱਲਾ ਦਾਨ ਮਿਲ ਰਿਹਾ। ਬਹੁਤੇ ਹੀ ਭਾਗਾਂ ਵਾਲਾ ਪੁੱਤਰ ਹੈ। ਨਾਲੇ ਤੇ ਉਹ ਮੰਗਣ ਵਾਲੇ ਗੁਰੂ ਅਰਜਨ ਸਾਹਿਬ ਦੀ ਜੈ ਜੈਕਾਰ ਕਰਦੇ ਆ, ਨਾਲੇ ਮਹਾਰਾਜ ਦੇ ਪੁੱਤਰ ਦੀ ਵੀ ਜੈ ਜੈਕਾਰ ਕਰਦੇ ਜੀ। ਹਾਂਜੀ। ਅਧਿਕ ਪ੍ਰਸੰਨ ਹੋਤ ਸੁਤ ਹੇਰਤ। ਜਿਹੜਾ ਆਉਂਦਾ ਉਹ ਮਹਾਰਾਜ ਸਾਹਿਬ ਜੀ ਦੇ ਪੁੱਤਰ ਨੂੰ ਦੇਖਦਾ ਹੈ। ਉਧਰੋਂ ਗੁਰੂ ਸਾਹਿਬ ਵੀ ਆਪਣੇ ਪੁੱਤਰ ਨੂੰ ਦੇਖਦੇ ਆ ਤੇ ਦਰਸ਼ਨ ਕਰ ਕਰਕੇ ਬੜੇ ਪ੍ਰਸੰਨ ਹੁੰਦੇ ਆ ਜੀ। ਗੁਰੂ ਅਰਜਨ ਸਾਹਿਬ ਪੁੱਤ ਤੇ ਨਲਾਇਕ ਹੋਵੇ ਮਾਂ ਪਿਓ ਨੂੰ ਉਹ ਵੀ ਚੰਗਾ ਲੱਗਦਾ, ਤੇ ਗੁਰੂ ਅਰਜਨ ਸਾਹਿਬ ਜੀ ਦੇ ਤੇ ਪੁੱਤਰ ਹੀ 6ਵੇਂ ਪਾਤਸ਼ਾਹ ਨੇ ਜੀ। ਕਿਉਂ ਨਹੀਂ ਖੁਸ਼ ਹੋਣਗੇ ਮਹਾਰਾਜ? ਬਲਿਹਾਰੀ ਹੋਏ ਕਰਤ ਦੁਲਾਰ। ਮਹਾਰਾਜ ਬਲਿਹਾਰ ਜਾਂਦੇ ਆ ਆਪਣੇ ਪੁੱਤਰ ਤੋਂ, ਪਿਆਰ ਕਰਦੇ ਆ। ਹਾਂਜੀ। ਸੂੰਘਤ ਮਸਤਕ ਪਰਮ ਪ੍ਰੇਮ ਤੇ। ਬ੍ਰਿਧ ਕੋ ਲਖ ਹੈ ਮਹਾ ਉਪਕਾਰ। ਮਸਤਕ ਸੁੰਘਦੇ ਆ ਤੇ ਨਾਲ ਪਤਾ ਕੀ ਕਰਦੇ ਆ? ਜਦੋਂ ਪ੍ਰੇਮ ਕਰਦੇ ਆ, ਜਦੋਂ ਰੋਜ਼ ਗੁਰੂ ਅਰਜਨ ਸਾਹਿਬ ਨੇ 6ਵੇਂ ਪਾਤਸ਼ਾਹ ਨੂੰ ਦੇਖਣਾ ਹੈ, ਆ ਕੇ ਦਰਸ਼ਨ ਕਰਨੇ ਆ, ਤੇ ਗੁਰੂ ਅਰਜਨ ਸਾਹਿਬ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਚੇਤੇ ਕਰਦੇ ਆ। ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ। ਵੇਖੋ ਕਿੰਨੀ ਕਦਰ ਹੈ। ਅੱਜ ਇਹ ਗੱਲ ਕਹਿਣੀ ਜ਼ਰੂਰੀ ਹੈ। ਕਿੰਨੀ ਕਦਰ ਹੈ ਸਤਿਗੁਰੂ ਜੀ ਦੇ ਮਨ 'ਚ। ਭਾਵੇਂ ਕਰਨ ਕਰਾਉਣ ਵਾਲੇ ਗੁਰੂ ਸਾਹਿਬ ਨੇ, ਪਰ ਚੇਤਾ ਰੱਖਿਓ, ਕਈ ਵਾਰੀ ਕੋਈ ਗ੍ਰੰਥੀ ਸਿੰਘ ਜੀ ਕੋਲੋਂ ਅਰਦਾਸ ਕਰਾਵੇ, ਉਹਦਾ ਕਾਰਜ ਰਾਸ ਆ ਜੇ, ਮੁੜ ਗ੍ਰੰਥੀ ਸਿੰਘ ਨੂੰ ਕੌਣ ਪੁੱਛਦਾ ਹੈ ਜੀ? ਮੁੜ ਨਹੀਂ ਕੋਈ ਪੁੱਛਦਾ ਜੀ। ਉਹਦੇ ਸਤਿਕਾਰ ਦਾ ਵੀ ਧਿਆਨ ਨਹੀਂ ਰੱਖਦੇ ਜੀ। ਮਹਾਰਾਜ ਕਿੰਨਾ ਬਾਰ-ਬਾਰ ਬਾਬਾ ਬੁੱਢਾ ਸਾਹਿਬ ਨੂੰ ਚੇਤੇ ਕਰਦੇ। ਸਾਰੇ ਗ੍ਰੰਥੀ ਬਾਬਾ ਬੁੱਢਾ ਜੀ ਨਹੀਂ ਬਣ ਜਾਂਦੇ ਜੀ, ਇਹ ਵੀ ਗੱਲ ਸੱਚੀ ਹੈ। ਉਹ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਦੇ ਬਾਰ-ਬਾਰ, ਨਾਲੇ ਦਰਸ਼ਨ ਕਰਦੇ ਆ, ਨਾਲੇ ਬਾਬਾ ਜੀ ਨੂੰ ਯਾਦ ਕਰਦੇ ਆ।
ਹਾਂਜੀ। कीन छठी को उत्सव भारी, सबको दीन करा आहार। ਤੇ ਇੱਕ ਬੱਚਿਆਂ ਦੀ ਛਠੀ ਕਰਦੇ ਹੁੰਦੇ ਆ, ਗੱਜ ਕੇ ਆਖੋ। ਵਾਹਿਗੁਰੂ। ਆਪਾਂ ਉਹਨੂੰ ਧਮਾਨ ਕਹਿ ਲੈਂਦੇ ਆ, ਸਵਾ ਮਹੀਨਾ ਵੀ ਕਹਿ ਲੈਂਦੇ ਆ। ਹਾਂਜੀ, ਉਹ ਜਦੋਂ ਦਿਵਸ ਕੀਤਾ ਨਾ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਖੁੱਲਾ ਕੜਾ ਪ੍ਰਸ਼ਾਦ ਬਣਵਾਇਆ ਜੀ। ਹਾਂਜੀ, बाजे दर पर बाजत हैं बहुत। ਬੜੇ ਦਰਵਾਜ਼ੇ ਤੇ ਉਸ ਦਿਨ ਵਾਜੇ ਵੱਜੇ, ਬੜੇ ਲੋਕ ਆਏ, ਬੜੀਆਂ ਖੁਸ਼ੀਆਂ ਮਨਾਈਆਂ। सिख संगत सुख करहैं उदार। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੜਾ ਪ੍ਰਸ਼ਾਦ ਲੰਗਰ ਵਰਤੇਗਾ ਖੁੱਲਾ, ਪਰ ਭਾਈ ਪਹਿਲਾਂ ਸਾਰੇ ਗੁਰਬਾਣੀ ਦਾ ਕੀਰਤਨ ਕਰੋ। ਕੀਰਤਨ ਹੁੰਦਾ ਹੈ, ਨਾਮ ਜਪਿਆ ਜਾਂਦਾ ਹੈ, ਸਾਰਿਆਂ ਨੂੰ ਸੁੱਖ ਮਿਲਦਾ ਹੈ। ਹਾਂਜੀ, 10 दिन बीते पुन उत्सव भा, मंगल करहैं अनेक प्रकार। ਸੋ ਇਸ ਤਰੀਕੇ ਨਾਲ ਛਠੀ ਵਾਲਾ ਜਿਹੜਾ ਕਈ ਕਰਦੇ 6ਵੇਂ ਦਿਨ ਵੀ ਕਰਦੇ, ਕਈ ਸਵਾ ਮਹੀਨੇ ਤੇ ਬਾਲਕ ਦਾ ਸ਼ੁਕਰਾਨਾ ਕਰਦੇ। 10 ਕੁ ਦਿਨ ਦੇ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਹੋ ਗਏ ਹੈ, ਉਮਰ ਸਰੀਰ ਦੀ 10 ਕੁ ਦਿਨ ਦੀ ਹੋ ਗਈ ਹੈ, ਬੜੇ ਮੰਗਲ ਹੋ ਰਹੇ ਨੇ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਦੂਰੋਂ ਦੂਰੋਂ ਲੋਕ ਦਰਸ਼ਨ ਕਰਨ ਆਉਂਦੇ। ਸਾਧ ਸੰਗਤ ਜੀ, ਹੁਣ ਸਾਰਿਆਂ ਦੀਆਂ ਸਾਰੀਆਂ ਗੱਲਾਂ ਤੇ ਨਹੀਂ ਨਾ ਲਿਖੀਆਂ ਜਾਂਦੀਆਂ। ਜਿਵੇਂ ਪੀਰ ਭੀਖਣ ਸ਼ਾਹ ਜੀ ਨੂੰ 10ਵੇਂ ਪਾਤਸ਼ਾਹ ਦੀ ਆਮਦ ਤੇ ਪਤਾ ਲੱਗ ਗਿਆ ਸੀਗਾ, ਹੋ ਸਕਦਾ 6ਵੇਂ ਪਾਤਸ਼ਾਹ ਬਾਰੇ ਵੀ ਕਈਆਂ ਨੂੰ ਪਤਾ ਲੱਗ ਗਿਆ ਹੋਵੇ ਜੀ। ਸਾਰੀਆਂ ਗੱਲਾਂ ਲਿਖਤੀ ਰੂਪ 'ਚ ਨਹੀਂ ਨਾ ਆਉਂਦੀਆਂ। ਹਾਂਜੀ, कुल की सगल रीत शुभ कीनस, जथा बिरधन के अंगीकार। ਮਹਾਰਾਜ ਨੇ ਖੂਬ ਬਸਤਰ ਵੰਡੇ ਐ, ਕੁੱਲ ਦੀ ਰੀਤ ਕੀਤੀ ਹੈ, ਜਿਵੇਂ ਵੱਡਿਆਂ ਦੀ ਮਰਿਆਦਾ ਚੱਲਦੀ ਆ ਰਹੀ ਸੀ, 5ਵੇਂ ਪਾਤਸ਼ਾਹ ਨੇ ਉਹ ਸਾਰੀ ਮਰਿਆਦਾ ਕੀਤੀ ਜੀ। ਹਾਂਜੀ, लघुम दंधब की होत मधुर धुन, सुन श्रोरन ते आनंद उदार। ਧੌਂਸਿਆਂ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ, ਗੁਰਬਾਣੀ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ, ਜਿਹੜਾ ਸਿੱਖ ਦਰਸ਼ਨ ਕਰਨ ਆਉਂਦਾ ਉਹਦਾ ਮਨ ਆਨੰਦਿਤ ਕਰ ਦਿੰਦੀਆਂ ਨੇ ਜੀ। ਕਾਰਜ ਸਤ ਗੁਰ ਆਪ ਸਵਾਰਿਆ, ਕਾਰਜ सत गुर आप सवारिया। ਵਡਿਆਰ ਜਾ ਹਰ ਗੋਬਿੰਦ ਕੀ, ਵਡਿਆਰ जा हर गोबिंद की। ਸੁਖ ਮੰਗਲ ਕਲਿਆਣ ਵਿਚਾਰਿਆ, ਸੁਖ ਮੰਗਲ कल्याण विचारिया। ਕਾਰਜ ਸਤ ਗੁਰ ਆਪ ਸਵਾਰਿਆ, ਕਾਰਜ ਸਤ ਗੁਰ आप सवारिया। ਗੁਰਬਾਣੀ ਦੀਆਂ ਧੁਨਾਂ ਜਦੋਂ ਚੱਲਦੀਆਂ ਨੇ ਨਾ, ਉੱਠਦੀਆਂ ਮਿੱਠੀਆਂ ਮਿੱਠੀਆਂ, ਜਿਹੜਾ ਦਰਸ਼ਨ ਕਰਨ ਆਉਂਦਾ ਉਹਦਾ ਮਨ ਮੋਹਿਆ ਜਾਂਦਾ ਹੈ। ਵੇਖੋ ਨਾ ਜੀ, ਇੱਕ ਬੰਨੇ 5ਵੇਂ ਪਾਤਸ਼ਾਹ ਦੇ ਦਰਸ਼ਨ, ਦੂਜੇ ਬੰਨੇ 6ਵੇਂ ਪਾਤਸ਼ਾਹ ਦੇ ਦਰਸ਼ਨ, ਤੇ ਤੀਜਾ ਕੰਨਾਂ ਵਿੱਚ ਗੁਰਬਾਣੀ ਦਾ ਕੀਰਤਨ ਜੀ। ਹਾਂਜੀ, ਬਜਹਿ ਨ ਫੀਰਨ ਗਾਏ ਸ਼ਬਦ ਵਿੱਚ, ਫੇਰੀਆਂ ਵੱਜ ਰਹੀਆਂ ਨੇ, ਗੁਰਬਾਣੀ ਦੇ ਸ਼ਬਦ ਗਾਏ ਜਾਂਦੇ ਆ, ਖਰੇ ਲੋਕ ਉਚਰੈ ਜੈਕਾਰ। ਲੋਕ ਖੜੇ ਹੋ ਕੇ ਮਹਾਰਾਜ ਦੀਆਂ ਸਿਫਤਾਂ ਹੀ ਕਰਦੇ ਆ ਜੀ। ਇਹ ਕੋਈ ਇੱਕ ਦਿਨ ਦਾ ਥੋੜੀ ਚਾਅ ਵੀ ਉਸ ਦਿਨ 6ਵੇਂ ਪਾਤਸ਼ਾਹ ਦੇ ਦਰਸ਼ਨ ਕਰ ਲਏ ਤੇ ਚਾਅ ਮੁੱਕ ਗਿਆ। ਤੁਸੀਂ ਸੁਣਿਆ ਨਾ, ਕਵੀ ਜੀ ਕਹਿੰਦੇ ਮੋਦ ਹੈ ਮੋਦ, ਇੱਕ ਰਸ ਚਾਅ ਬਣਿਆ ਰਿਹਾ ਸਾਰਿਆਂ ਦੇ ਮਨ 'ਚ। ਹਾਂਜੀ, ਆਦ ਬਿਲਾਵਲ ਸੁੰਦਰ ਰਾਗਨ, ਗਾਏ ਰਬਾਬੀ ਪ੍ਰੇਮ ਲਗਾਏ। ਜਿਵੇਂ ਤੁਸੀਂ ਹੁਣੇ ਬਿਲਾਵਲ ਰਾਗ ਦਾ ਸ਼ਬਦ ਸੁਣਿਆ, ਕਾਰਜ ਸਤਿਗੁਰ ਆਪ ਸਵਾਰਿਆ। ਕਹਿੰਦੇ ਬਿਲਾਵਲ ਰਾਗ ਵਿੱਚ ਬੜੇ ਸੋਹਣੇ ਸੋਹਣੇ ਸ਼ਬਦ ਜਿਹੜੇ ਆ ਰਬਾਬੀ ਆ ਕੇ ਗਾਉਂਦੇ ਆ। ਹਾਂਜੀ, ਸੁਨ ਸੁਨ ਸਿੱਖ ਸੇਵਕ ਕੇ ਹਿਰਦੇ। ਸਾਧ ਸੰਗਤ ਜੀ, ਜਦੋਂ ਸਿੱਖ ਸੁਣਦੇ ਆ, ਗੁਰਬਾਣੀ ਦਾ ਕੀਰਤਨ ਸੁਣਦੇ ਆ,
ਸਿੱਖ ਸੇਵਕ ਜਿਹੜੇ ਉਹਨਾਂ ਦੇ ਹਿਰਦੇ ਦ੍ਰਵ ਹੈ ਰੀਜ ਹੀ ਮੋਦ ਬਢਾਏ। ਕਹਿੰਦੇ ਉਹਨਾਂ ਦੇ ਜਿਹੜੇ ਹਿਰਦੇ ਆ ਨਾ ਉਹ ਗਦ-ਗਦ ਹੋ ਜਾਂਦੇ ਆ ਜੀ, ਇੰਨਾ ਰਸ ਬਣਦਾ ਹੈ ਕੀਰਤਨ ਦਾ, ਉਹਨਾਂ ਦੇ ਹਿਰਦੇ ਦਰਬ ਜਾਂਦੇ ਆ, ਮੋਦ ਵਡਾਏ ਤੇ ਖੁਸ਼ੀ ਹੋਰ ਦੂਣੀ ਚੂਣੀ ਹੋ ਜਾਂਦੀ ਜੀ ਜਦੋਂ ਉਹ ਪੜ੍ਹਦੇ ਆ। ਹਾਂਜੀ, ਵਡਿਆਰ ਜਾ ਹਰ ਗੋਬਿੰਦ ਕੀ, ਵਡਿਆਰ ਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ, ਸੁਖ ਮੰਗਲ ਕਲਿਆਣ ਵਿਚਾਰਿਆ। ਉਹਨਾਂ ਦੇ ਹਿਰਦੇ ਦਰਵਿਤ ਹੋ ਜਾਂਦੇ ਆ, ਗਦ-ਗਦ ਹੋ ਜਾਂਦੇ ਆ। ਬਖਸ਼ੈ ਬਸਤਰ ਬੇਭੂਖਨ ਬਹੁ ਬਿਦ ਬਿਰਮਤ, ਬੈਠੈ ਉੱਠ ਨਾ ਸਕਾਏ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਬਸਤਰਾਂ ਦਾ ਦਾਨ ਕਰਦੇ ਆ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ ਆਇਆਂ ਹੋਇਆਂ ਨੂੰ ਵਸਤਰ ਦਿੰਦੇ ਆ, ਤੇ ਜੇ ਕੋਈ ਬੀਬੀ ਆ ਜੇ ਨਾ ਮੰਗਣ ਵਾਲੀ, ਮਹਾਰਾਜ ਗਹਿਣੇ ਵੀ ਦੇ ਦਿੰਦੇ ਆ। ਕਮੀ ਥੋੜੀ ਹੈ ਹੀਰੇ ਜਵਾਹਰਾਤਾਂ ਦੀ, ਸੋਨੇ ਦੀ। ਤੇ ਕਹਿੰਦੇ ਬਿਰਮਤ ਬੈਠਾ ਉੱਠ ਨਾ ਸਕਾਏ। ਜਿਹੜਾ ਆ ਕੇ ਮਹਾਰਾਜ ਦੇ ਦਰ ਤੇ ਉਸ ਸਮੇਂ ਬਹਿ ਜਾਂਦਾ ਸੀ, ਉਹਦੇ ਵਿੱਚ ਉੱਠਣ ਦੀ ਸਮਰੱਥਾ ਨਹੀਂ ਸੀ ਰਹਿੰਦੀ। ਉਹਦਾ ਜੀ ਕਰਦਾ ਸੀ ਧਨ ਮਿਲ ਗਿਆ ਫਿਰ ਕੀ ਹੈ, ਮੈਂ ਬੈਠਾ ਹੀ ਰਵਾਂਗੀ। ਹਾਂਜੀ, ਧੰਨ ਧੰਨ ਗੁਰ ਧੰਨ ਜਨਮ ਸਿਸ। ਸਾਧ ਸੰਗਤ ਜੀ ਪਤਾ ਲੋਕ ਕੀ ਕਹਿੰਦੇ ਆ, ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਜੀ। ਤੇ ਨਾਲ ਪਤਾ ਕੀ ਕਹਿੰਦੇ, ਧੰਨ ਧੰਨ ਗੁਰ ਧੰਨ ਜਨਮ ਸਿਸ। ਧੰਨ ਹੈ ਉਹ ਪੁੱਤਰ ਜਿਹਨੇ ਇਹਨਾਂ ਦੇ ਘਰ ਜਨਮ ਲਿਆ ਹੈ। ਕਹਿਣ ਦੇ ਗੁਰੂ ਜੀ ਵੀ ਧੰਨ ਨੇ, ਗੁਰੂ ਜੀ ਦੇ ਪੁੱਤਰ ਜੀ ਵੀ ਧੰਨ ਨੇ। ਹਾਂਜੀ, ਜਿਸ ਤੇ 10 ਦੇਸ਼ ਜਸ ਪਸਰਾਏ। ਕਹਿਣ ਲੱਗੇ ਕਿਵੇਂ 10 ਪਾਸੇ ਜਸ ਫੈਲਿਆ ਹੋਇਆ ਹੈ। ਹਾਂਜੀ, ਬਧਤ ਸਰੀਰ ਦੂਜ ਤੇ ਜਸ ਸਸ। ਤੇ ਜਿਵੇਂ ਫਿਰ ਦੂਜ ਦਾ ਚੰਦ ਹੌਲੀ ਹੌਲੀ ਵੱਧਦਾ, ਕਹਿੰਦੇ ਐਵੇਂ ਫਿਰ 6ਵੇਂ ਪਾਤਸ਼ਾਹ ਜੀ ਦਾ ਸਰੀਰ ਵੱਧਦਾ ਹੈ ਜੀ। ਹਾਂਜੀ, ਤਿਮ ਤਿਮ ਸੁੰਦਰਤਾ ਅਧਕਾਏ। ਕਹਿਣ ਲੱਗੇ ਜਿਵੇਂ ਫਿਰ ਜਿਉਂ-ਜਿਉਂ ਦੂਧ ਦਾ ਚੰਦ ਵਧੀ ਜਾਂਦਾ ਹੈ ਨਾ, ਤਿਉਂ-ਤਿਉਂ ਸੋਹਣਾ ਹੋਈ ਜਾਂਦਾ। ਇਸੇ ਤਰ੍ਹਾਂ ਜਿਉਂ-ਜਿਉਂ 6ਵੇਂ ਪਾਤਸ਼ਾਹ ਦਾ ਸਰੀਰ ਵੱਧਦਾ, ਤਿਉਂ-ਤਿਉਂ 6ਵੇਂ ਪਾਤਸ਼ਾਹ ਸੋਹਣੇ ਵੀ ਹੋਈ ਜਾਂਦੇ ਆ। ਮਹਾਰਾਜ ਦੀ ਸੁੰਦਰਤਾ ਵੀ ਵਧੀ ਜਾਂਦੀ ਸੱਚੇ ਪਾਤਸ਼ਾਹ ਜੀ ਦੀ। ਏਕ ਮਾਸ ਬੀਤਿਓ ਜਬ ਐਸੇ। ਹੁਣ ਫਿਰ ਕਰਦਿਆਂ ਮਹਾਰਾਜ ਜੀ ਦੀ ਉਮਰ ਕਿੰਨੀ ਹੋ ਗਈ ਸਰੀਰ ਦੀ? 1 ਮਾਸ, ਭਾਵ 1 ਮਹੀਨਾ। ਕਰਤ ਦੁਲਾਰ ਮਾਤ ਬਲ ਜਾਏ। ਮਾਤਾ ਗੰਗਾ ਜੀ ਬੜਾ ਹੀ ਦੁਲਾਰ ਕਰਦੇ 6ਵੇਂ ਪਾਤਸ਼ਾਹ ਤੇ, ਬਲਿਹਾਰ ਜਾਂਦੇ ਆ ਆਪਣੇ ਪੁੱਤਰ ਦੇ ਦਰਸ਼ਨ ਕਰ ਕਰਕੇ। ਰਾਤ ਦਿਵਸ ਸੁਤ ਕੋ ਮੁਖ ਦੇਖੈ। ਮਾਤਾ ਜੀ ਤੇ ਰਾਤ ਦਿਨ ਹੀ ਦਰਸ਼ਨ ਕਰਦੇ ਮਹਾਰਾਜ ਦੇ ਜੀ। ਫਿਰ ਬੇਨਤੀ ਹੈ, ਇਹਨੂੰ ਆਮ ਪੁੱਤਰ ਨਾ ਸਮਝਿਓ, ਉਹ ਗੁਰੂ ਨੇ ਧੁਰੋਂ ਹੀ ਬਖਸ਼ਿਸ਼ਾਂ ਲੈ ਕੇ ਆਏ। ਉਹਨਾਂ ਦੇ ਚਿਹਰੇ ਨੂੰ ਵੇਖਿਆ ਕਿੰਨਾ ਆਨੰਦ ਮਿਲਦਾ ਹੈ ਜੀ। ਹਾਂਜੀ, ਨਹਿ ਲੋਚਨ ਕਿਉਂ ਹੋ ਤ੍ਰਿਪਤਾਏ। ਕਹਿੰਦੇ ਮਾਤਾ ਜੀ ਦੇ ਨੇਤਰ ਰੱਜਦੇ ਹੀ ਨਹੀਂ ਹਨ। ਜੀ ਕਰਦਾ ਦਰਸ਼ਨ ਹੀ ਕਰੀ ਜਾਵਾਂ, ਦਰਸ਼ਨ ਹੀ ਕਰੀ ਜਾਵਾਂ। ਨਾਲੇ ਦਰਸ਼ਨ ਕਰਦੇ ਆ, ਨਾਲੇ ਬਾਬਾ ਬੁੱਢਾ ਜੀ ਦੀ ਅਰਦਾਸ ਵੀ ਚੇਤਾ ਕਰਦੇ ਆ। ਹਾਂਜੀ, ਬਰਬਸ ਨਿੰਦਰਾ ਅਧਿਕ ਬਧੈ ਜਬ, ਸੁਪਤ ਹੈ ਸ਼ਿਪਰ ਜਾਗ ਕੋ ਪਾਏ। ਪਰ ਬਰਬਸ ਨਿੰਦਰਾ ਅਧਿਕ ਬਧੈ ਜਬ। ਹੁਣ ਮਾਤਾ ਹੈ ਨਾ, ਕਦੀ ਤੇ ਮਹਾਰਾਜ ਰਾਤ ਨੂੰ ਜਾਗ ਪੈਂਦੇ ਆ, ਕਦੀ ਮਹਾਰਾਜ ਦੁਪਹਿਰੇ ਸੁੱਤੇ ਰਹਿੰਦੇ ਆ, ਬਾਲਕਾਂ ਵਾਲੀ ਲੀਲਾ ਕਰਦੇ ਆ। ਮਾਤਾ ਜੀ ਕੀ ਕਰਦੇ ਆ? ਹੁਣ ਮਾਤਾ ਜੀ ਨੂੰ ਵੀ ਝੋਕਾਂ ਆ ਜਾਂਦੀਆਂ ਨੇ। ਨੀਂਦ ਹੈ ਨਾ, ਨੀਂਦ ਤੇ ਵੱਡਿਆਂ ਨੂੰ ਉਕਸਾ ਦਿੰਦੀ ਹੈ ਸੌਣ ਲਈ। ਨੀਂਦ ਦੇ ਵੱਸ ਹੋ ਕੇ ਜਦੋਂ ਬਹੁਤੀ ਨੀਂਦ ਜ਼ੋਰ ਪੈਂਦੀ ਹੈ, ਮਾਤਾ ਜੀ ਨੇਤਰ ਬੰਦ ਕਰਦੇ ਆ, ਨੀਂਦ ਆਉਂਦੀ ਹੈ। ਪਰ ਅੱਗੇ ਪੜਿਓ, ਜਬ ਹੈ ਸੁਪਤ ਹੈ ਸ਼ਿਪਰ ਜਾਗ ਕੋ ਪਾਏ। ਜਦੋਂ ਸੌਂਦੇ ਆ ਪਤਾ ਨਹੀਂ ਇੱਕਦਮ ਹੁੰਦਾ ਹੈ, ਮਾਤਾ ਜੀ ਇੱਕਦਮ ਅੱਖਾਂ ਖੋਲ ਕੇ ਮਹਾਰਾਜ ਦੇ ਦਰਸ਼ਨ ਕਰਦੇ ਆ ਜੀ। ਚਿੰਤਾ ਹੈ ਨਾ,
ਇੱਕ ਗੱਲ ਚੇਤਾ ਰੱਖਿਓ, ਜਿਹੜੀ ਵਸਤੂ ਖੇਚਲ ਕਰਕੇ ਮਿਲੀ ਹੋਵੇ ਉਹਦੀ ਕਦਰ ਬੜੀ ਹੁੰਦੀ ਹੈ ਜੀ। ਜਿਹੜੀ ਸੁਤੇ ਸਿੱਧ ਮਿਲ ਜੇ ਨਾ ਉਹਦੀ ਬੰਦਾ ਕਦਰ ਘੱਟ ਕਰਦਾ ਹੈ ਜੀ। ਖੇਚਲ ਕਰਕੇ ਮਿਲੀ ਹੋਈ ਵਸਤੂ ਦੀ ਬੜੀ ਕਦਰ ਹੁੰਦੀ ਹੈ ਜੀ। ਹਾਂਜੀ, ਜਨ ਪਨੰਗ ਮਨ ਮਨ ਸੋ ਲਾਗਿਓ। ਕਹਿੰਦੇ ਜਿਵੇਂ ਸੱਪ ਹੈ ਉਹਦਾ ਧਿਆਨ ਮਣੀ ਵਿੱਚ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਨੇ ਪ੍ਰਮਾਣ ਵਰਤਿਆ ਹੈ ਜੀ। ਜਿਵੇਂ ਸੱਪ ਦਾ ਧਿਆਨ ਆਪਣੀ ਮਣੀ ਵਿੱਚ ਹੀ ਹੁੰਦਾ ਹਰ ਸਮੇਂ ਜੀ। ਅਹਨਿਸ ਰਾਖਨ ਮਹਿਤਕਾਰ। ਉਹ ਦਿਨ ਰਾਤ ਸੱਪ ਮਣੀ ਦੀ ਰਾਖੀ ਕਰਦਾ ਰਹਿੰਦਾ ਹੈ, ਰਾਖੀ ਕਰਦਾ ਰਹਿੰਦਾ ਹੈ। ਹਾਂਜੀ, ਨਿੰਦਰਾ ਤੇ ਜਬ ਉਗਰਹਿ ਲੋਚਨ। ਕਹਿੰਦੇ ਇਸੇ ਤਰ੍ਹਾਂ ਜਦੋਂ ਮਾਤਾ ਗੰਗਾ ਜੀ ਦੇ ਨੀਂਦ ਚੋਂ ਇੱਕਦਮ ਨੇਤਰ ਖੁੱਲਦੇ ਆ, ਤਨੁਜ ਬਦਨ ਪਰ ਦ੍ਰਿਸ਼ਟ ਪਸਾਰ। ਛੇਤੀ ਨਾਲ ਮਹਾਰਾਜ ਦਾ ਮੁਖੜਾ ਵੇਖਦੇ ਆ, ਛੇਤੀ ਨਾਲ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਦੇ, ਭਾਵ 6ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆ। ਪਾਲਤ ਲਾਲਤ ਘਾਲਤ ਘਾਲੇ। ਮਾਤਾ ਜੀ ਬੜੇ ਲਾਡ ਲਡਾਉਂਦੇ ਆ, 6ਵੇਂ ਪਾਤਸ਼ਾਹ ਜੀ ਨੂੰ ਪਾਲਦੇ ਆ। ਲਾਲਤ ਸਾਧ ਸੰਗਤ ਜੀ ਲਾਡ ਲਡਾਉਂਦੇ ਆ, ਘਾਲਤ ਘਾਲੇ। ਕਵੀ ਸੰਤੋਖ ਸਿੰਘ ਜੀ ਵੇਖੋ ਬਚਨ ਬੜੇ ਡੂੰਘੇ ਲਿਖਦੇ ਆ, ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਆ ਦੁਨੀਆ ਨੂੰ ਲੱਗਦਾ ਹੈ ਮਾਤਾ ਗੰਗਾ ਜੀ ਪਾਲ ਰਹੇ ਨੇ, ਮਾਤਾ ਗੰਗਾ ਜੀ 6ਵੇਂ ਪਾਤਸ਼ਾਹ ਨੂੰ ਲਾਡ ਲਡਾ ਰਹੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨਹੀਂ, ਉਹ ਤੇ ਘਾਲਤ ਘੱਲ ਹੈ, ਉਹ ਤੇ ਗੁਰੂ ਜੀ ਦੀ ਸੇਵਾ ਕਰ ਰਹੇ ਨੇ ਜੀ। ਵੇਖੋ ਮਾਂ ਦਾ ਲਾਡ ਲਡਾਉਣ 'ਚ, ਪਾਲਣ ਵਿੱਚ ਤੇ ਸੇਵਾ ਕਰਨ 'ਚ ਫਰਕ ਹੈਗਾ ਹੈ ਜੀ। ਵੇਖਣ ਨੂੰ ਮਾਤਾ ਜੀ ਪਾਲ ਰਹੇ ਨੇ, ਵੇਖਣ ਨੂੰ ਲਾਡ ਲਡਾਉਂਦੇ ਆ। ਕਹਿੰਦੇ ਨਹੀਂ ਨਹੀਂ, ਉਹ ਤੇ ਗੁਰੂ ਜੀ ਦੀ ਸੇਵਾ ਕਰਦੇ ਆ। ਇਹ ਕਰਮ ਵੀ ਸੇਵਾ ਹੀ ਬਣ ਗਿਆ ਜੀ। ਬੜੇ ਪੁੰਨ ਨੇ ਨਾ ਮਾਤਾ ਗੰਗਾ ਜੀ ਦੇ। ਹਾਂਜੀ, ਡਾਲਤ ਨੈਣ ਸ਼ਯਮਤਾ ਚਾਰ। ਸੇਵਾ ਕੀ ਕਰਦੇ ਜੋ ਫਿਰ ਹਰ ਮਾਤਾ ਆਪਣੇ ਪੁੱਤਰ ਦੇ ਚਾਅ 'ਚ ਕਰਦੀ ਹੈ। ਮਹਾਰਾਜ ਦੇ ਪਵਿੱਤਰ ਨੇਤਰਾਂ 'ਚ ਸੁਰਮਾ ਪਾਉਂਦੇ ਨੇ ਜੀ ਮਾਤਾ ਗੰਗਾ ਜੀ। ਹਾਂਜੀ, ਝਗਲੀ ਚੀਨ ਮਹੀਨ ਸੂਤ ਕੀ। ਹਾਂਜੀ। ਬਰਨ ਬਰਨ ਕੀ ਪਾਏ ਸੁਧਾਰ। ਝਗਲੀ, ਝਗਲੀ ਜਿਵੇਂ ਆਪਾਂ ਮਾਤਾਵਾਂ ਆਪ ਸੀਂ ਕੇ ਝੱਗੀਆਂ ਪਾਉਂਦੀਆਂ ਹੁੰਦੀਆਂ ਨੇ, ਉਹਨੂੰ ਝਗਲੀ ਲਿਖਿਆ ਕਵੀ ਜੀ ਨੇ। ਕਹਿੰਦੇ ਬਾਲਕ ਦੀ ਫਰਾਕ ਮਾਨੋ ਬਰੀਕ ਵਸਤਰ ਦੀ, ਕਿਉਂ ਹਾੜ ਦਾ ਮਹੀਨਾ ਸੀ ਨਾ, ਗਰਮੀ ਸੀ, ਬਹੁਤ ਬਰੀਕ ਬਸਤਰ ਦੀ ਉਹ ਉੱਪਰ ਵਾਲੀ ਝਗਲੀ ਬਣਾ ਕੇ 6ਵੇਂ ਪਾਤਸ਼ਾਹ ਨੂੰ ਮਾਤਾ ਗੰਗਾ ਜੀ ਪਾਉਂਦੇ ਨੇ ਜੀ। ਗਰਮੀ ਹੈ, ਹਾੜ ਦੇ ਮਹੀਨੇ 'ਚ ਤੇ ਮਹਾਰਾਜ ਦਾ ਆਗਮਨ ਹੋਇਆ ਜੀ। ਤੇ ਨਾਲ ਬਰਨ ਬਰਨ ਕੀ ਪਾਏ ਸੁਧਾਰ, ਐ ਰੰਗ ਬਦਲ ਬਦਲ ਕੇ ਪਾਉਂਦੇ ਆ। ਕਦੀ ਲਾਲ ਰੰਗ ਦੀ ਪਾ ਦਿੰਦੇ ਆ, ਕਦੀ ਸਫੇਦ ਰੰਗ ਦੀ ਪਾ ਦਿੰਦੇ ਆ, ਕਦੀ ਨੀਲੇ ਰੰਗ ਦੀ ਪਾ ਦਿੰਦੇ ਆ। ਸੇਵਾ ਕਰਦੇ 6ਵੇਂ ਪਾਤਸ਼ਾਹ ਦੀ। ਕੰਚਨ ਕੇ ਕੰਕਨ ਕਰਵਾਇਸ। ਜੁਗ ਜੁਗ ਹੀਰੇ ਜਰੇ ਜਰਵਾਏ। ਹੁਣ ਚਾਓ ਹੈ ਨਾ, ਚਾਓ ਹੈ ਇੱਕ ਸਿੱਖ 6ਵੇਂ ਪਾਤਸ਼ਾਹ ਵਾਸਤੇ ਸੋਨੇ ਦਾ ਕੜਾ ਕੜਾ ਕੇ ਲੈ ਕੇ ਆਇਆ ਜੀ। ਮਾਤਾ ਜੀ ਨੂੰ ਭੇਟ ਕੀਤਾ। ਮਾਤਾ ਜੀ ਮੇਰੀ ਇੱਛਾ ਹੈ ਸਾਹਿਬਜ਼ਾਦਾ ਜੀ ਇਹ ਪਾਉਣ। ਸੋ ਉਹ ਪਾਉਂਦੇ ਆ, ਵਿੱਚ ਬੜੇ ਸੋਹਣੇ ਸੋਹਣੇ ਮੋਤੀ ਹੀਰੇ ਲੱਗੇ ਆ। ਹਾਂਜੀ, ਸ਼ੁਦਰ ਘੰਟਕਾ ਬਾਜਨ ਵਾਰੀ। ਕਾਰੀਗਰ ਨੇ ਘਰੀ ਸੁਹਾਏ। 1 ਮਹੀਨੇ ਦੀ 6ਵੇਂ ਪਾਤਸ਼ਾਹ ਜੀ ਦੀ ਉਮਰ ਹੈ। ਅਜੇ ਕੋਈ ਬਾਲਕਾਂ ਵਾਂਗੂ ਰਿੜਨ ਵਾਲੀ ਕਿਰਿਆ ਨਹੀਂ ਮਹਾਰਾਜ ਕਰ ਰਹੇ ਜੀ। ਕਹਿੰਦੇ ਆ ਫਿਰ ਕੀ ਕੀਤਾ, ਤੜਾਗੀ ਘੁੰਗਰੂਆਂ ਵਾਲੀ ਉਹ 6ਵੇਂ ਪਾਤਸ਼ਾਹ ਦੇ ਲੱਕ ਨੂੰ ਬੰਨੀ ਹੈ ਜੀ, ਬਾਲਕ ਨੂੰ। ਹਾਂਜੀ, ਪਾਵਨ ਪਦ ਪੰਕਜ ਮਹਿ ਨੂਪਰ। ਰੁਣਕਤ ਰੁਚਰ ਜੇ ਉਧਰ ਉਚਾਏ। ਸੋਹਣੇ ਸੋਹਣੇ ਲਾਲ ਚਰਨਾਂ 'ਚ, ਜਿਨ੍ਹਾਂ ਵਿੱਚ ਸਾਧ ਸੰਗਤ ਦੀ 9 ਲੱਗੇ ਆ ਨਾ ਚਰਨਾਂ ਦੇ ਉੱਤੇ, ਉਂਗਲੀਆਂ ਨੇ, ਅੰਗੂਠਾ ਹੈ ਤੇ ਉੱਥੇ 9 ਹੈ। ਕਵੀ ਸੰਤੋਖ ਸਿੰਘ ਜਦੋਂ ਮੰਗਲ ਕਰਦੇ ਨਾ 6ਵੇਂ ਪਾਤਸ਼ਾਹ ਦਾ, ਕਹਿੰਦੇ ਆ, ਕਹਿੰਦੇ ਉਹ 9 ਪਤਾ ਕੀ ਨੇ, ਮੇਰੇ ਕੋਲ ਪੁੱਛ ਕੇ ਵੇਖੋ। ਕਹਿੰਦੇ ਮਾਨੋ ਉਹ 9
ਹੀਰੇ ਜੜੇ ਹੋਣ ਪਰਮੇਸ਼ਰ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ। ਫਿਰ ਕਹਿੰਦੇ ਨਹੀਂ ਨਹੀਂ, ਹੀਰੇ ਤੇ ਛੋਟੇ ਹੁੰਦੇ ਆ। ਕਹਿੰਦੇ ਜਿਵੇਂ ਸੱਪ ਦੀਆਂ ਮਣੀਆਂ ਹੁੰਦੀਆਂ ਨੇ ਨਾ, ਬੜੀਆਂ ਜਗਦੀਆਂ, ਕਹਿੰਦੇ ਮਾਨੋ ਉਹ ਜੜ ਦਿੱਤੀਆਂ ਹੋਣ। ਫਿਰ ਕਹਿੰਦੇ ਨਹੀਂ ਨਹੀਂ, ਇੰਝ ਲੱਗਦਾ ਹੈ ਜਿਵੇਂ ਤਾਰੇ ਹੀ ਜੜ ਦਿੱਤੇ ਹੋਣ ਮਹਾਰਾਜ ਦੇ ਚਰਨਾਂ 'ਚ ਜੀ। ਕਿੰਨੀ ਸਿਫਤ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸੋ ਮਹਾਰਾਜ ਜੀ ਦੇ ਚਰਨਾਂ 'ਚ ਛੋਟੀਆਂ ਛੋਟੀਆਂ ਝਾਂਜਰਾਂ ਜੀਆਂ ਬਣਾ ਪਾਈਆਂ ਨੇ ਜੀ। ਕਈ ਚਰਨਾਂ 'ਚ ਕੜੇ ਵੀ ਪਾਉਂਦੇ ਆ। ਹਾਂਜੀ। ਛਾਪ ਸ਼ਲਾਇਨ ਗਰ ਕੇ ਭੂਖਨ, ਸ਼ੋਭਤ ਸਭ ਹੀ ਸ਼ੁਭ ਪਹਿਰਾਏ। ਸੋ ਗੁਰੂ ਸਾਹਿਬ ਦੇ ਇਸ਼ਨਾਨ ਦਾ, ਹਰ ਚੀਜ਼ ਦਾ ਮਾਤਾ ਗੰਗਾ ਜੀ ਬੜੇ ਧਿਆਨ ਨਾਲ, ਬੜੇ ਪ੍ਰੇਮ ਨਾਲ ਧਿਆਨ ਰੱਖ ਕੇ ਸੇਵਾ ਕਰਦੇ ਆ ਜੀ। ਖੁਸ਼ੀ ਮਾਣਦੇ ਆ। ਬਾਬਾ ਬੁੱਢਾ ਸਾਹਿਬ ਜੀ ਨੂੰ ਚੇਤੇ ਕਰਦੇ ਆ, ਗੁਰੂ ਨਾਨਕ ਸਾਹਿਬ ਜੀ ਨੂੰ ਚੇਤਾ ਕਰਦੇ ਆ। ਮੰਗਣ ਵਾਲਿਆਂ ਦੀ ਗਿਣਤੀ ਨਹੀਂ ਹੈਗੀ। ਉਧਰ ਗੁਰੂ ਅਰਜਨ ਸਾਹਿਬ ਖੂਬ ਦਾਨ ਦੇ ਰਹੇ ਨੇ ਜੀ। ਹਾਂਜੀ। ਦੋਹਰਾ ਪ੍ਰਿਥੀਏ ਕੀ ਦਾਸੀ ਫਿਰੀ, ਖੋਜਤ ਦੁਰਮਤ ਨਾਰ। ਹਾਂਜੀ। ਇੱਕ ਨੇ ਕਹਿ ਧੀਰਜ ਦਈ, ਤੋਹੇ ਕਰੋ ਮੈਂ ਕਾਰ। ਤੇ ਪਿਆਰ ਨਾਲ ਗੱਜ ਕੇ ਸਾਰੇ ਕਹੋ ਵਾਹਿਗੁਰੂ ਵਾਹਿਗੁਰੂ। ਖੇਡ ਹੈ ਨਾ, ਇੱਕ ਪਾਸੇ ਮਾਤਾ ਜੀ ਗੁਰੂ ਸਾਹਿਬ ਕਿੰਨਾ ਚਾਅ ਕਰਨ ਦੇ ਆ, ਛੇਵੇਂ ਪਾਤਸ਼ਾਹ ਦੇ ਲੋਕ ਦਰਸ਼ਨ ਕਰ ਕਰ ਖੁਸ਼ੀਆਂ ਮਾਣਨ ਦੇ ਆ। ਦੂਜੇ ਬੰਨੇ ਬੀਬੀ ਕਰਮੋਂ ਨੇ ਦਾਸੀ ਲਾਈ ਹੈ ਇੱਕ ਮਗਰ, ਵੀ ਕੋਈ ਇਹੋ ਜਿਹੀ ਬੀਬੀ ਲੱਭ ਜਿਹੜੀ ਗੋਦ 'ਚ ਹੀ ਉਹਨਾਂ ਨੂੰ ਮਾਰ ਦੇਵੇ ਜੀ। ਉਹ ਲੱਭਦਿਆਂ ਨਾ ਜੀ, ਲੱਭਦਿਆਂ ਇੱਕ ਬੀਬੀ ਮੰਨ ਨਹੀਂ ਗਈ ਜੀ। ਕਹਿੰਦੀ ਮੈਂ ਇਹ ਕੰਮ ਕਰ ਦਿਆਂਗੀ ਤੇਰਾ। ਤੇ ਸੁਣ ਕੇ ਮੈਨੂੰ ਪੜ੍ਹ ਕੇ ਸ਼ਰਮ ਆ ਗਈ ਜੀ। ਪਤਾ ਕਿਉਂ? ਉਹ ਸੁਣੋ ਜਰਾ ਬੀਬੀ ਕਿੱਥੋਂ ਦੀ ਸੀ ਉਹ ਜੀ। ਹਾਂਜੀ। ਸਵਈਆ ਛੰਦ ਰਾਮਦਾਸਪੁਰ ਬਸਹਿ ਕੋ ਚਲਣੀ। ਹਾਂ, ਕਵੀ ਜੀ ਕਹਿੰਦੇ ਉਹ ਅੰਮ੍ਰਿਤਸਰ ਦੀ ਸੀਗੀ ਬੀਬੀ ਜੀ, ਜਿਹੜੀ ਮੰਨ ਗਈ ਨਾ ਵੀ ਮੈਂ ਮਾਰ ਦਿਆਂਗੀ ਉਹਨਾਂ ਨੂੰ। ਉਹ ਅੰਮ੍ਰਿਤਸਰ ਦੀ ਸੀਗੀ। ਰਾਮਦਾਸਪੁਰ ਬਸਹਿ ਕੋ ਚੱਲਣੀ, ਕੁਚਾਲ ਚੱਲਣ ਵਾਲੀ, ਭੈੜੀ ਚਾਲ ਵਾਲੀ ਉਹ ਬੀਬੀ ਰਾਮਦਾਸਪੁਰ ਦੀ ਸੀਗੀ। ਧਾਇਨ ਕੀ ਕ੍ਰਿਤ ਤੇ ਗੁਜ਼ਰਾਨ। ਤੇ ਕਰਦੀ ਕੀ ਸੀਗੀ? ਦਾਈ ਸੀਗੀ ਜੀ, ਦਾਈ। ਉਹ ਦਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਉਹ ਬੀਬੀ ਜੀ। ਦਾਸੀ ਮਸਲਤ ਅਗ ਕੀ ਕਰਕੈ, ਕਰਮੋ ਨਿਕਟ ਸੋ ਮੇਲੀ ਆਨ। ਦਾਸੀ ਨੇ ਉਸ ਦਾਈ ਦੇ ਨਾਲ ਇਹ ਪਾਪ ਦੀ ਪਹਿਲਾਂ ਆਪ ਮੀਟਿੰਗ ਕੀਤੀ, ਫਿਰ ਸਾਧ ਸੰਗਤ ਜੀ ਬੀਬੀ ਕਰਮੋਂ ਕੋਲ ਲੈ ਕੇ ਗਈ ਜੀ ਉਹਨੂੰ। ਹਾਂਜੀ। ਸਾਦਰ ਸਦਨ ਬੈਠਾਏ ਸਮੀਪੀ, ਪੂਰਬ ਭਾਖਿਓ ਕਸ਼ਟ ਮਹਾਨ। ਤੇ ਬੀਬੀ ਕਰਮੋਂ ਨੇ ਉਹੋ ਹੀ ਜਿਹੜੀਆਂ ਗੱਲਾਂ ਬੀਬੀ ਕਰਮੋਂ ਜੀ ਕਰਦੇ ਹੁੰਦੇ, ਤੁਸੀਂ ਰੋਜ਼ ਸੁਣਦੇ ਹੀ ਹੋ ਜੀ। ਹਾਂਜੀ। ਉਹ ਬੀਬੀ ਦਾਈ ਨਾਲ ਉਹ ਗੱਲਾਂ ਸ਼ੁਰੂ ਕਰਤੀਆਂ ਜੀ। ਅਨੁਜ ਲੀਨ ਗੁਰਤਾਬਰ ਪੀਤੀ, ਜੇਠੋ ਬੈਠੋ ਰਹਿਓ ਸੁਜਾਨ। ਕਹਿਣ ਲੱਗੀ ਵੇਖ, ਛੋਟੇ ਨੇ ਗੁਰਤਾ ਗੱਦੀ ਲੈ ਲਈ, ਵੱਡੇ ਵਿਹਲੇ ਬੈਠੇ ਨੇ। ਆਪਣੇ ਪਤੀ ਬਾਰੇ ਆਖਿਆ ਜੀ ਉਹਨੇ ਜੀ। ਕੌਣ ਸਮਝਾਵੇ? ਵੇਖੋ ਗੁਰੂ ਸਾਹਿਬ ਦੇ ਪਰਿਵਾਰ ਦੇ ਜੀ ਹੋ ਕੇ ਵੀ ਕੋਈ ਕਰਮਾਂ ਦੀ ਖੇਡ ਐਸੀ ਹੈਗੀ ਜੀ। ਇਹ ਗੱਲ ਸਮਝ ਹੀ ਨਹੀਂ ਆਈ। ਗੁਰਤਾ ਗੱਦੀ ਜਾਂ ਵਡਿਆਈਆਂ ਬੰਦੇ ਦੇ ਆਪ ਹਾਸਲ ਕੀਤੀਆਂ ਨਹੀਂ ਮਿਲਦੀਆਂ, ਇਹ ਤੇ ਪਰਮੇਸ਼ਰ ਦੀ ਦਾਤ ਹੈਗੀ ਹੈ ਜੀ। ਉਹਨੇ ਇਹ ਗੱਲਾਂ ਦਸੀਆਂ ਜੀ ਉਹਨਾਂ ਨੂੰ। ਹਾਂਜੀ। ਬਹੁ ਉਪਚਾਰਨ ਤੇ ਉਪਜਿਓ ਸੁਤ, ਤਿਨਹੋਂ ਕੀਨ ਉਤਸਵ ਹਰ ਖਾਏ। ਬੀਬੀ ਕਰਮੋ ਉਸ ਦਾਸੀ ਨੂੰ ਕਹਿਣ ਲੱਗੀ ਪਹਿਲਾਂ ਤੇ ਪੁੱਤ ਨਹੀਂ ਸੀ ਹੁੰਦਾ ਉਹਨਾਂ ਘਰ। ਫਿਰ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਬੜੇ ਯਤਨ ਕੀਤੇ, ਵਰ ਦਿੱਤਾ, ਤੇ ਫਿਰ ਜਾ ਕੇ ਪੁੱਤਰ ਪੈਦਾ ਹੋ ਗਿਆ। ਹਾਂਜੀ। ਕਹੈ ਕਿ ਗਾਦੀ ਕੋ ਇਹ ਬਾਲਕ, ਪਾਛੇ ਗੁਰਤਾਲੇ ਸ਼ੁਭ ਪਾਏ। ਹੁਣ ਸਭ ਨੂੰ ਪਤਾ ਹੈ ਵੀ ਗੁਰੂ ਸਾਹਿਬ ਜੀ ਤੋਂ ਬਾਅਦ ਗੱਦੀ ਉਹਨੂੰ ਮਿਲੇਗੀ। ਬਾਲਕ ਬੜੇ ਪ੍ਰਤਾਪ ਵਾਲਾ। ਹਾਂਜੀ। ਪੂਰਬ ਆਸ ਹੁਤੀ ਹਮਰੇ ਮਨ,
श्री अर्जन जब तन बिन साए, संतत नहीं बन है हम ही गुर, ਚਾਰੋਂ ਦਿਸ਼ ਤੇ ਪੂਜ ਕਹਾਏ। ਅਸੀਂ ਤੇ ਇਹੋ ਹੀ ਸੁਣਿਆ ਸੀ ਤੇ ਸਮਝਿਆ ਸੀ ਵੀ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਨਹੀਂ ਹੋਣਾ, ਪਰ ਕਹਿਣ ਲੱਗੀ ਇਹ ਕੀ ਦਸੀਏ, ਅਸੀਂ ਤੇ ਸੋਚਿਆ ਸੀ ਸਾਡੀ ਪੂਜਾ ਹੋਣੀ ਹੈ, ਗੁਰੂ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਸਾਡੀ ਹੋਣੀ ਹੈ। ਜਬ ਕੋ ਨੰਦਨ ਤਿਨ ਕੇ ਜਨਮਿਓ, ਤਬ ਤੇ ਹਮ ਹੋਏ ਗਏ ਨਿਰਾਸ। ਗੱਜ ਕੇ ਆਖੋ। ਪਰ ਬੀਬੀ ਕਰਮੋ ਜੀ ਕਹਿਣ ਲੱਗੇ ਕੀ ਦਸੀਏ ਦਾਈ, ਜਦੋਂ ਦੇ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਅਸੀਂ ਤੇ ਦੁਖੀ ਹੋ ਗਏ ਆ। ਕਹਿਣ ਲੱਗੀ ਅਸੀਂ ਤੇ ਦੁਖੀ ਹੋ ਗਏ। ਵੇਖੋ ਜਿਨ੍ਹਾਂ ਦੇ ਦਰਸ਼ਨਾਂ 'ਚ ਸੁੱਖ ਹੈ। ਛੇਵੇਂ ਪਾਤਸ਼ਾਹ ਦੀ ਅੱਗੇ ਅੱਗੇ ਕਥਾ ਆਏਗੀ, ਕਿੰਨੀਆਂ ਵੱਡੀਆਂ ਵਡਿਆਈਆਂ ਜੀ। ਸ੍ਰੀ ਹਰਗੋਬਿੰਦਪੁਰ ਨੇੜੇ ਆ ਇੱਥੋਂ ਜੀ, ਉੱਥੇ ਖਵਾਜਾ ਰੋਸ਼ਨ ਰਹਿੰਦਾ ਹੁੰਦਾ ਸੀਗਾ ਜੀ, ਮੁਸਲਮਾਨ ਸੀਗਾ ਜੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਤੇ ਜਾਣਾ ਨਾ ਜੀ, ਤੇ ਖਵਾਜਾ ਰੋਸ਼ਨ ਨੇ ਪਿੱਠ ਨਹੀਂ ਕਰਨੀ ਜੀ, ਅੱਗੇ ਅੱਗੇ ਭੱਜੇ ਫਿਰਨਾ। ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂ ਸਾਹਿਬ ਵੱਲ ਪਿੱਠ ਨਹੀਂ ਕਰਨੀ, ਪਿਛਲ ਪੈਰ ਕਰਕੇ ਭੱਜਣਾ ਘੋੜੇ ਦੀ ਸਪੀਡ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ, ਖਵਾਜਾ ਰੋਸ਼ਨ ਤੂੰ ਇਹ ਕੀ ਕਰਦਾ ਰਹਿਣਾ? ਖਵਾਜਾ ਰੋਸ਼ਨ ਕਹਿੰਦਾ, ਮਹਾਰਾਜ ਤੁਸੀਂ ਮਹਾਰਾਜ ਫਿਰ ਗਾਂ ਅੱਗੇ ਸ਼ਿਕਾਰ ਨੂੰ ਚਲੇ ਜਾਣਾ, ਜਿੱਥੋਂ ਤੱਕ ਮੈਂ ਭੱਜਦਾ ਮੇਰਾ ਜੀ ਕਰਦਾ ਤੁਹਾਡੇ ਦਰਸ਼ਨ ਕਰੀ ਜਾਵਾਂ, ਕਰੀ ਜਾਵਾਂ। ਪ੍ਰੇਮ ਹੈ ਨਾ। ਉਹ ਪਿਛਲ ਪੈਰ ਭੱਜਦੇ ਖਵਾਜਾ ਰੋਸ਼ਨ ਦੀ, ਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਗਿਆਨ ਦੀ ਅਵਸਥਾ ਬਖਸ਼ੀ ਸੀ ਉਹਨਾਂ ਨੂੰ ਜੀ। ਇੱਧਰ ਹੁਣ ਕੰਮ ਹੀ ਪੁੱਠਾ ਹੈ ਜੀ, ਈਰਖਾ ਵਾਲਾ ਹੈ ਜੀ। ਬੀਬੀ ਕਰਮੋ ਜੀ ਕਹਿੰਦੇ ਉਸ ਦਿਨ ਦੇ ਅਸੀਂ ਦੁਖੀ ਬੜੇ ਜਿੱਦਣ ਦੇ ਉਹ ਆਏ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਅਬ ਉਪਾਏ ਅਸ ਕਰ ਚਿਤ ਚਿਤਵਨ, ਜਿਸ ਤੇ ਬਾਲਕ ਹੋਏ ਬਿਨਾਸ਼। ਹੁਣ ਤੂੰ ਦੱਸ ਕੀ ਉਪਾਅ ਕਰੀਏ ਉਹਨਾਂ ਦੀ ਮੌਤ ਹੋ ਜਾਏ। ਹਾਂਜੀ। ਪੁੰਨ ਤਿਨਕੇ ਜਨਮੇ ਨਾ ਆਤਮਜ, ਹਮਰੇ ਕਾਜ ਹੋਏ ਸਭ ਰਾਸ। ਤੇ ਈਰਖਾਲੂ ਬੰਦਾ ਬਹੁਤ ਅੱਗੇ ਦੀ ਗੱਲ ਸੋਚ ਲੈਂਦਾ। ਕਹਿੰਦੇ ਪੁੱਤਰ ਦੀ ਮੌਤ ਹੋ ਜੇ, ਉਹਦੇ ਤੋਂ ਬਾਅਦ ਅੱਗੇ ਪੋਤੀ ਨਾ ਪੈਦਾ ਹੋਵੇ, ਫਿਰ ਸਾਡੀ ਗੱਲ ਬਣਦੀ ਹੈ। ਦਰਬ ਆਦ ਸੁੰਦਰ ਸਭ ਵਸਤੂ, ਚਹੁ ਦਿਸ਼ ਤੇ ਚੱਲ ਆਏ ਆਵਾਸ। ਤੇ ਦਰਬ ਵਸਤੂ ਜੋ ਤੈਨੂੰ ਚਾਹੀਦਾ ਉਹ ਤੈਨੂੰ ਮੈਂ ਦਵਾਵਾਂਗੀ। ਕਹਿਣ ਲੱਗੀ ਕੰਮ ਇਹ ਕਰਦੇ। ਹਾਂਜੀ। ਅਬ ਤੇਰੀ ਬਹੁ ਕਰਹਿ ਜੀਵ ਕਾ, ਭੋਜਨ ਬਸਨ ਸਕਲ ਪਰਵਾਰ। ਨਿਜ ਕਰ ਤੇ ਹਮ ਦੇਹ ਤੋਹੇ ਕਉ, ਅਰ ਤੇਰੋ ਜਾਣੈ ਉਪਕਾਰ। ਜੋ ਚਾਹੀਦਾ ਮੈਂ ਆਪਣੇ ਘਰੋਂ ਤੈਨੂੰ ਦਿਆ ਕਰਾਂਗੀ, ਤੂੰ ਕੰਮ ਕਰ ਦੇ। ਕਹਿਣ ਲੱਗੀ ਕਿਸੇ ਤਰੀਕੇ ਨਾਲ ਖਤਮ ਕਰ ਦੇ। ਉਹਨੂੰ ਇਹ ਨਹੀਂ ਪਤਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲੈ ਲੇ, ਉਹਦੇ ਲਾਗੇ ਨਹੀਂ ਜੰਮ ਆਉਂਦੇ, ਮੌਤ ਆਉਂਦੀ, ਉਹ ਤੇ ਖੁਦ ਮਾਲਕ ਨੇ। ਹਾਂਜੀ। ਮਿਹਰਬਾਨ ਕੇ ਪਿਤਾ ਪਾਸ, ਤੇ ਆਦਰ ਮੈਂ ਕਰਵਾਉ ਉਦਾਰ। ਆਪਣੇ ਪੁੱਤਰ ਦਾ ਵੇਖੋ ਕੀ ਨਾਮ ਰੱਖਿਆ ਜੀ ਇਹਨਾਂ ਨੇ, ਮਿਹਰਬਾਨ। ਤੇ ਬੀਬੀ ਜੀ ਕਹਿਣ ਲੱਗੇ ਵੀ ਮਿਹਰਬਾਨ ਦੇ ਪਿਤਾ ਦੇ ਕੋਲੋਂ ਨਾ ਤੈਨੂੰ ਮੈਂ ਖੁੱਲੀ ਮਾਇਆ ਦਵਾਵਾਂਗੀ। ਹਾਂਜੀ। ਇਹ ਕਾਰਜ ਨਿਜ ਚਤੁਰਤਾ ਤੇ ਕਰ ਹੈ, ਅਬ ਹੈ ਉਪਜਹਿ ਸੁਖ ਸਾਰ। ਹਾਂਜੀ। ਇਕ ਛਤ ਲੇਹੋ ਰਜਤ ਪਨ, ਅਬ ਹੂੰ ਕਰਹੋ ਕਾਜ ਕੋ ਬਿਮਲ ਬਿਸਾਰ। ਤੇ 100 ਚਾਂਦੀ ਦੇ ਸਿੱਕੇ ਤੂੰ ਹੁਣੇ ਹੀ ਲੈ ਲਾ, 100 ਚਾਂਦੀ ਦੇ ਰੁਪਈਏ ਜੀ ਤੂੰ ਹੁਣੇ ਹੀ ਲੈ ਲਾ, ਤੇ ਬਿਨਾ ਦੇਰੀ ਤੋਂ ਇਹ ਕੰਮ ਕਰ। ਹਾਂਜੀ। ਬਾਲਕ ਮ੍ਰਿਤ ਹਮਰੋ ਹਿਤ, ਲਖ ਚਿਤ ਪੁੰਨ ਨਹਿ ਕਮੀ ਭਰੈ ਭੰਡਾਰ। ਤੇ ਜੇ ਕਿਤੇ ਬਾਲਕ ਦੀ ਮ੍ਰਿਤਿੂ ਹੋ ਜੇ, ਫਿਰ ਤੇ ਤੈਨੂੰ ਮਾਇਆ ਦੀ ਕਮੀ ਨਹੀਂ ਰਹਿਣ ਦੇਣੀ। ਹਾਂਜੀ। ਇਮ ਕਹਿ ਬਸਤਰਨ ਆਪਨੋ, ਲੇਕਰ ਦੀਨਸ ਤਿਸਤੇ ਉਪਰ ਡਾਰ। ਆਪਣੇ ਅੰਦਰੋਂ ਵਧੀਆ ਲੀੜਾ ਲਿਆਂਦਾ ਤੇ ਉਸ ਦਾਈ ਦੇ ਉੱਤੇ ਪਾ ਦਿੱਤਾ ਜੀ ਉਹਨੇ। ਅਤ ਸਨੇ ਕੀ ਬਾਤ ਬਖਾਨਤ, ਕਹਿ ਕਹਿ ਕਬਹੂ ਭਰ ਦ੍ਰਿਗ ਬਾਰ। ਗੱਲਾਂ ਕਰਦੀ ਕਰਦੀ ਨਾ ਬੀਬੀ ਕਰਮੋ ਰੋ ਪੈਂਦੀ ਹੈ ਜੀ।
ਈਰਖਾ ਹੈ ਨਾ, ਈਰਖਾ ਨਹੀਂ ਟਿਕਣ ਦਿੰਦੀ ਵੀ ਤੂੰ ਇਹ ਛੇਤੀ ਛੇਤੀ ਕੰਮ ਕਰਦੇ ਕਿਸੇ ਤਰੀਕੇ ਨਾਲ। ਹਾਂਜੀ ਧਾਏ ਕਰੂਰ ਕਰਮਾ ਅਤ ਪਾਪਨ ਸੁਨ ਕਰ ਹਰਖੀ ਧੀਰਜ ਦੀਨ। ਹਾਂਜੀ ਦੁਖੀ ਨਾ ਹੋ ਕਰੋ ਮੈਂ ਤਉ ਹਿਤ ਰਚੋਂ ਕਪਟ ਕੋ ਲੇਹ ਨਾ ਤੇ ਚੀਨ। ਬੀਬੀਆਂ ਪਿੰਡਾਂ 'ਚ ਇਹੋ ਜਿਹੀਆਂ ਵੀ ਟ੍ਰੇਨਡ ਹੁੰਦੀਆਂ ਨੇ ਜੀ, ਐਸੀ ਗੱਲ ਨਹੀਂ। ਪਿੰਡਾਂ 'ਚ ਕੀ, ਮੈਨੂੰ ਮਾਫ ਕਰਿਓ ਗਲਤ ਸ਼ਬਦ ਬੋਲਿਆ ਗਿਆ, ਹਰ ਥਾਂ ਹੀ ਹੁੰਦੀਆਂ ਨੇ ਜੀ, ਕੱਜ ਕੇ ਆਖੋ ਵਾਹਿਗੁਰੂ। ਹਰ ਥਾਂ ਹੀ ਹੁੰਦੀਆਂ ਨੇ। ਉਹ ਕਹਿਣ ਲੱਗੀ ਤੁਸੀਂ ਦੁਖੀ ਨਾ ਹੋਵੋ, ਹੁਣ ਇਹ ਮੇਰੀ ਜ਼ਿੰਮੇਵਾਰੀ, ਮੇਰੇ ਵਾਸਤੇ ਇਹ ਔਖਾ ਕੰਮ ਨਹੀਂ ਹੈਗਾ। ਕਹਿਣ ਲੱਗੀ ਹਾਂਜੀ ਤੁਮਰੇ ਸੁਖ ਤੇ ਹੈ ਸੁਖ ਮੋਕੋ ਖਾਨ ਪਾਨ ਕੀ ਸਭ ਸੁਧ ਲੀਨ। ਸੋ ਉਠ ਗਏ ਕਹਾਂ ਤਿਨ ਸਾਥੈ ਲੈਨ ਦੇਨ ਕੁਛ ਨਾਹੇ ਨਾ ਕੀਨ। ਤੋ ਕਹਿਣ ਲੱਗੇ ਇਸ ਕਰਕੇ ਉਹ ਬੀਬੀ ਜਿਹੜੀ ਉਹ ਰਾਜੀ ਹੋ ਗਈ ਜੀ। ਮਾਇਆ ਦਾ ਪੂਰਾ ਉਹਨੇ ਕਿਹਾ ਵੀ ਤੂੰ ਮੇਰਾ ਧਿਆਨ ਰੱਖਣਾ ਹੀ। ਤੇ ਇਹ ਅਸਲ 'ਚ ਜਿਹੜੀ ਦਾਈ ਹੈ ਇਹ ਵੀ ਪਿਛਲੇ ਜਨਮਾਂ ਦੀ ਖੇਡ ਹੈ ਜੀ। ਐਵੇਂ ਨਹੀਂ ਇਹਨੇ 6ਵੇਂ ਪਾਤਸ਼ਾਹ ਦੇ ਸਾਹਮਣੇ ਜਾਣਾ। ਕਿਸੇ ਮਾੜੇ ਕਰਮ ਕਰਕੇ ਇਹਨੂੰ ਧਰਤੀ ਤੇ ਸੁੱਟਿਆ ਗਿਆ ਸੀਗਾ ਜੀ। ਹਾਂਜੀ ਉਹ ਸਾਰੀ ਕਥਾ ਅੱਗੇ ਆਏਗੀ, ਆਪਾਂ ਸੁਣਾਂਗੇ ਪਿਆਰ ਦੇ ਨਾਲ। ਗੱਲ ਇਹ ਹੈ, ਇੱਕ ਬੰਨੇ ਵੇਖੋ ਮਾਤਾ ਗੰਗਾ ਜੀ 6ਵੇਂ ਪਾਤਸ਼ਾਹ ਜੀ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨ ਲਏ ਨੇ। ਦੂਜੇ ਪਾਸੇ ਬੀਬੀ ਕਰਮੋ ਜੀ ਜਿਹੜੇ ਮਹਾਰਾਜ ਦੇ ਤਾਈ ਜੀ ਨੇ ਜੀ, ਉਹ ਪੁੱਠੀਆਂ ਸੋਚਾਂ ਸੋਚਣ ਦੇ ਨੇ ਜੀ। ਸ਼ੁਰੂ ਤੋਂ ਹੀ ਦੋਵੇਂ ਪੱਖ ਨਾਲ ਹੀ ਚੱਲਦੇ ਆਏ ਨੇ, ਸ਼ੁਰੂ ਤੋਂ ਹੀ। ਈਰਖਾ ਵਾਲਾ ਵੀ ਸਤਿਕਾਰ ਵਾਲਾ ਵੀ, ਦੋਵੇਂ ਪੱਖ ਨਾਲ ਹੀ ਚੱਲਦੇ ਆਏ। ਸੋ ਗਰੀਬ ਨਵਾਜ ਕਿਰਪਾ ਕਰਨ। ਅਗਲਾ ਪ੍ਰਸੰਗ ਕੱਲ ਨੂੰ ਆਪਾਂ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਸਾਵਧਾਨ ਹੋਵੋ। ਆਪਾਂ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗਾਂਗੇ। ਸਾਰੀ ਸੰਗਤ ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ ਜਪ ਵਾਹਿਗੁਰੂ। ਗੱਜ ਕੇ ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਪ ਵਾਹਿਗੁਰੂ ਪਿਆਰ ਨਾਲ ਗੱਜ ਕੇ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ
ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਭਨਾਂ ਦਾ ਆਇਆ ਹੋਇਆ ਸਤਿਗੁਰੂ ਜੀ ਸਫਲਾ ਕਰਨ। ਪਿਆਰ ਨਾਲ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ।